ਸਾਡਾ ਜਦੋਂ ਮੈਚ ਚੱਲ ਪੈਣਾ ਪਿੰਡ ਦੇ ਪਹਿਲਾਂ ਲੜਨ ਲੱਗ ਗਏ ਜੀ। ਬਹੁਤ ਕੁਛ ਦਾ ਟੂਰਨਾਮੈਂਟ ਜਾਏ ਟੂਰਨਾਮੈਂਟਾਂ ਵੀ ਉਹ ਹੋ ਜਾਂਦਾ ਸੀ ਬਈ ਦੌਰ ਦੀ ਟੀਮ ਆ ਗਈਆਂ ਦੋਨੇ ਇਹਨਾਂ ਨੂੰ ਮੈਚ ਲਵਾ ਦਿਓ ਆਪਣਾ ਟੂਰਨਾਮੈਂਟ ਹੋ ਗਿਆ। ਤੇ ਫਿਰ ਸਾਨੂੰ ਆਪ ਨੂੰ ਹੀ ਹੋ ਗਿਆ ਵੀ ਇਹ ਕੰਮ ਠੀਕ ਨਹੀਂ ਕਰਨੀ ਕਰਤਾਉਣ ਲੱਗ ਗਏ ਵੀ ਇਹ ਲੋਕ ਸਵਾਦ 'ਚ ਪੈ ਗਏ। ਪਹਿਲਾਂ ਕੱਪ ਰੱਖ ਦਿੰਦੇ ਆ ਮੁੜ ਕੇ ਕੱਪ ਦੇਣ ਵੇਰੀ ਗੱਲਾਂ ਹੋਰ ਕਰਦੇ ਜੀ। ਜਿਵੇਂ ਕੱਪ ਰੱਖਤਾ ਜਦੋਂ ਦੇਣਾ ਹੁੰਦਾ ਤੀਸਰੇ ਸਾਲ ਉਦੋਂ ਫਿਰ ਟੀਮਾਂ ਦੂਰੋਂ ਸੱਦਣ ਲੱਗ ਗਏ। ਹਾਂਜੀ ਇਹ ਕੰਮ ਕਰਦੇ ਜੀ। ਅਕੈਡਮੀਆਂ ਦੇ ਮੈਚ ਵੀਰੇ ਮੈਂ ਥੋੜੇ ਖੇਡਿਆ। ਕਿਉਂ ਥੋੜੇ ਖੇਡੇ ਜੀ? ਪਿੰਡ ਬਾਤ 'ਚ ਚਸਕਾ ਬਾਹਲਾ ਸੀ ਸਾਨੂੰ ਅਸੀਂ ਜਿੱਤਦੇ ਹਾਂ ਡੇਲੀ ਘਰੋਂ ਠੀਕ ਹੀ ਸੀ ਗਰੀਬੀ ਸੀ ਜੀ ਰੋਜ਼ ਕੁਛ ਨਾ ਕੁਛ ਮਿਲਦਾ ਸੀ। ਫਿਰ ਮੇਰਾ ਮਨ ਜਿਹਾ ਮੰਨਿਆ ਹੀ ਨਹੀਂ। ਜਿਵੇਂ ਵੀਰੇ ਇੱਕ ਸੀਜ਼ਨ ਦੇ ਵਿੱਚ ਅਸੀਂ 114-15 ਟੂਰਨਾਮੈਂਟ ਖੇਡੇ ਸੀ ਜੀ ਜਿਹਦੇ ਵਿੱਚੋਂ 92 ਟੂਰਨਾਮੈਂਟ ਸਾਡੇ ਫਸਟ ਦੇ ਸੀ। ਇੱਕ ਦੋ ਟੂਰਨਾਮੈਂਟ ਹੀ ਅਸੀਂ ਹਾਰੇ ਸੀ ਬਾਕੀ ਸੈਕਿੰਡ ਰਹਿ ਗਏ। ਦੇਸ਼ ਵਿਦੇਸ਼ ਵਿੱਚ ਵਸਦੇ ਸਮੁੱਚੇ ਕਬੱਡੀ ਪ੍ਰੇਮੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕ ਵੀਰੋ, ਅੱਜ ਅਸੀਂ ਪਹੁੰਚੇ ਹਾਂ ਪਿੰਡ ਦੌਦਰ, ਜ਼ਿਲ੍ਹਾ ਮੋਗਾ ਦੇ ਵਿੱਚ। ਦੌਦਰ ਪਿੰਡ ਨੂੰ ਕਬੱਡੀ ਖਿਡਾਰੀਆਂ ਦੀ ਨਰਸਰੀ ਕਹਿੰਦੇ ਆ ਕਿਉਂਕਿ ਇੱਥੋਂ ਦੇ 11 ਕਬੱਡੀ ਖਿਡਾਰੀ ਜੋ ਵਿਦੇਸ਼ਾਂ ਦੇ ਵਿੱਚ ਖੇਡੇ ਆ। ਜੇ ਆਪਾਂ ਪੰਜਾਬ ਦੇ ਵਿੱਚ ਸਰਚ ਕਰੀਏ ਇੰਨੇ ਖਿਡਾਰੀ ਵਿਦੇਸ਼ਾਂ ਦੇ ਵਿੱਚ ਬਹੁਤ ਘੱਟ ਖੇਡੇ ਹੋਣਗੇ ਜਿੰਨੇ ਦੌਦਰ ਪਿੰਡ ਦੇ ਖੇਡੇ ਆ। ਉਸੇ ਹੀ ਟੀਮ ਦਾ ਇੱਕ ਨਾਮੀ ਰੇਡਰ ਜੋ ਭਾਵੇਂ ਵਿਦੇਸ਼ ਨਹੀਂ ਖੇਡ ਸਕਿਆ ਪਰ ਪੰਜਾਬ ਦੇ ਖੇਡ ਮੇਲਿਆਂ ਤੇ ਤਹਿਲਕਾ ਮਚਾਇਆ, ਫੋਰ ਦੌਦਰ ਨੇ। ਅੱਜ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ। ਮੈਂ ਤੁਹਾਡਾ ਆਪਣਾ ਨਵੀ ਮਾਨ ਸਿੰਘ DPD ਟੈਲੀਵਿਜ਼ਨ ਤੇ ਉਹਨਾਂ ਦਾ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਧੜਕਣ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਲੋਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਸ਼ੁਕਰੀਆ ਜੀ। ਫੋੜ ਤੁਹਾਡੇ ਨਾਲ ਕਾਫੀ ਗੱਲਾਂ ਬਾਤਾਂ ਕਰਾਂਗੇ ਜੀ। ਤੁਹਾਡਾ ਨਾਮ ਫੋੜ ਕਿਵੇਂ ਪਿਆ, ਤੁਹਾਡੀ ਜੀਵਨੀ ਬਾਰੇ, ਖੇਡ ਕਬੱਡੀ ਬਾਰੇ, ਜਿੱਤਾਂ ਬਾਰੇ ਤੇ ਵਿਦੇਸ਼ ਦਾ ਵੀਜ਼ਾ ਕਿਉਂ ਨਹੀਂ ਲੱਗਿਆ, ਇਹ ਸਭ ਗੱਲਾਂ ਬਾਤਾਂ ਕਰਾਂਗੇ। ਤੇ ਫਿਰ ਪਹਿਲਾ ਸਵਾਲ ਜਾਣਦੇ ਹਾਂ, ਤੁਹਾਨੂੰ ਕਬੱਡੀ ਖੇਡਣ ਦੀ ਚੇਟ ਕਿਵੇਂ ਲੱਗੀ ਜੀ? ਮੇਰਾ ਪਹਿਲਾਂ ਮਾਮਾ ਖੇਡਦਾ ਸੀ, ਬਹੁਤ ਤਕੜਾ ਰੇਡਰ ਸੀ। ਉਸ ਤੋਂ ਬਾਅਦ ਆਪਦੇ 'ਚ ਵੀ ਕੀੜਾ ਸੀਗਾ, ਸਪੀਟੀ ਬਾਹਲਾ ਸੀ ਮੇਰੇ ਤੋਂ ਵੱਧ। ਮੈਂ ਮਾੜਾ ਮੋਟਾ ਜਿਹਾ ਖੇਡਦੇ ਹੁੰਦੇ ਸੀ ਮੈਂ ਤੇ ਪਰਵਿੰਦਰ ਪਹਿਲਾਂ ਇਕੱਠੇ ਜੀ। ਫਿਰ ਸਾਨੂੰ ਇੱਥੋਂ ਮੁੰਡਾ ਬਾਹਰ ਅਮਰੀਕਾ 'ਚ ਉਹ ਆਪਦੇ ਸਕੂਟਰ ਤੇ ਲੈ ਗਏ ਪਹਿਲੇ ਦਿਨ ਸਕੂਲੇ ਸਾਨੂੰ ਜੀ। ਉਹਨੇ ਕਿਹਾ ਵੀ ਇਹਨਾਂ ਨੂੰ ਭੁੱਖੇ ਹੋਣਾ ਪਿਆਰ ਨਾਲ ਰੱਖਿਓ ਉਹਨੂੰ ਪਹਿਲਾਂ 5-7 ਦਿਨ ਵੀ ਫਿਰ ਜੇ ਮਰਜ਼ੀ ਕਰੀਏ ਉਹ ਕਹਿੰਦੇ ਗਜਾ ਜੇ ਲਓ। ਫਿਰ ਅਸੀਂ ਸਕੂਲੇ ਜਾਣ ਲੱਗੇ ਸੀ, ਨਹੀਂ ਤਾਂ ਇੱਧਰ ਪਾਸੇ ਹੀ ਖੇਡਦੇ ਹੁੰਦੇ ਸੀ ਦੋ ਜਣੇ। ਜਿਵੇਂ ਕਿ ਸਕੂਲ ਦੇ ਵਿੱਚ ਜਾ ਕੇ ਕਬੱਡੀ ਖੇਡਣ ਲੱਗੇ, ਇਹ ਕਿਸ ਸਾਂਝੀਆਂ ਗੱਲਾਂ ਨੇ ਜੀ? ਇਹ ਵੀਰੇ ਹੋਣਗੀਆਂ 92-92 ਦੀਆਂ ਗੱਲਾਂ। 1992 ਦੇ? ਹਾਂਜੀ। ਯਾਨੀ ਕਿ 1992 ਦੇ ਵਿੱਚ ਕਬੱਡੀ ਖੇਡਣ ਦਾ ਸ਼ੌਕ ਪਿਆ ਤੇ ਭਾਰ ਵਰਗ ਤੋਂ ਸ਼ੁਰੂਆਤ ਕਰੀ ਕਿ ਸਿੱਧਾ ਹੀ ਓਪਨ ਵਿੱਚ ਆਏ? ਇਹ ਪਰਮਿੰਦਰ ਹੋਣੀ ਜਿਹੜੇ ਮੁੰਡੇ 62 ਕਿਲੋ ਖੇਡਦੇ ਸੀਗੇ ਵੀਰੇ ਜੀ। ਤੇ ਪਹਿਲਾਂ 57 ਖੇਡਦੇ, ਮੇਰਾ ਉਦੋਂ 62 ਕਿਲੋ weight ਸੀ। ਇਹ ਜਦੋਂ 62 ਖੇਡਣ ਲੱਗ ਗਏ ਮੇਰਾ 64-65 ਕਿਲੋ weight ਹੋ ਗਿਆ ਜੀ। ਤੇ ਫਿਰ ਮੈਚ ਤਾਂ ਖੇਡੀ ਨਹੀਂ, ਤਕਰੀਬਨ ਖੇਡਦਾ ਇਹਨਾਂ ਨਾਲ ਹੀ ਸੀ ਪਿੰਡ ਇੱਥੇ, ਯਾਨੀ ਕਿ ਓਵਰਵੇਟ ਸੀ। ਹਾਂਜੀ। ਤੇ ਫਿਰ ਤੁਹਾਡਾ ਨਾਮ ਕਦੋਂ ਉੱਭਰ ਕੇ ਆਇਆ, ਕਦੋਂ ਜੇ ਗੱਲਾਂ ਹੋਣ ਲੱਗੀਆਂ, ਕਿਸ ਸੰਨ ਦੀ ਗੱਲ ਆ ਜੀ ਉਹ? ਨਾ ਤਾਂ ਵੀਰੇ ਜਾਨੀ 2099-98 ਚ ਚੱਲ ਪਿਆ ਸੀ ਕੰਮ ਸਾਡਾ, ਮਾੜਾ ਮੋਟਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਇੱਥੋਂ ਦੇ ਮੁੰਡੇ ਖੇਡਦੇ ਦੌਦਰ ਪਿੰਡ ਦੇ। ਹਾਂਜੀ। ਤੇ ਸ਼ੁਰੂਆਤ ਦੇ ਵਿੱਚ ਜਦੋਂ ਤੁਸੀਂ ਟੀਮ ਬਣਾਈ ਕਿਹੜੇ ਪਲੇਅਰ ਤੁਹਾਡੇ ਨਾਲ ਖੇਡਦੇ ਸੀ? ਜਦੋਂ ਅਸੀਂ ਖੇਡਣ ਲੱਗਿਆ ਵੀਰੇ ਸਭ ਤੋਂ ਪਹਿਲਾਂ ਸੀਨੀਅਰ ਪਲੇਅਰ ਹੁੰਦੇ ਸਾਡੇ ਜੀ। ਮੁੰਡਾ ਬਾਬਾ ਸੀਗਾ, ਇੱਕ ਬਾਈ ਸੋਨੀ ਸੀ, ਪਾਲ ਬਾਈ ਸੀ, DC ਸੀਗਾ ਜੀ, ਇੱਕ ਕਮਲ ਸੀ ਰਾਣੇ ਨਾਥ ਜਿਹਦੇ ਖੇਡਦੇ ਸੀ, ਉਹਦਾ ਭਰਾ ਸੀ ਕਮਲ, ਬਹੁਤ ਵਧੀਆ ਜਾਫੀ ਸੀ ਉਹ ਵੀ। ਤੇ ਬਸ ਇਹ ਬੰਦੇ ਸੀ ਟਾਉਣਾ ਸੀ ਨਾਲ ਇਹਨਾਂ ਦੇ। ਇੱਕ ਮੁੰਡਾ ਧਰਮਜੀਤ ਸੀਗਾ, ਉਹ ਵੀ ਕੈਨੇਡਾ 'ਚ ਸੀ। ਇਹ ਟੀਮ ਹੁੰਦੀ ਸੀ ਸਭ ਤੋਂ ਪਹਿਲਾਂ ਖੇਡਦੀ। ਤੇ ਤੁਸੀਂ ਇਸ ਟੀਮ ਦੇ ਵਿੱਚ ਖੇਡਣ ਲੱਗੇ ਤੇ ਫਿਰ ਜਿੱਤਣ ਕਦੋਂ ਲੱਗੇ ਤੁਸੀਂ ਜੀ? ਫਿਰ ਜਿੱਤਣ ਤਾਂ ਜੀ ਅਸੀਂ ਫਿਰ ਇਹਨੇ ਜਦੋਂ ਖੇਡਦੇ ਸੀ ਪਹਿਲਾਂ ਟੀਮ ਵਾਲੇ ਇਹ ਵਿਚਾਰੇ ਸਾਰੀ ਬਾਹਰ ਬੂਰ ਉੱਠ ਗਏ ਜੀ, ਜਿੱਤਣ ਨਹੀਂ ਲੱਗੇ ਸੀ, ਮੈਚ ਹੀ ਖੇਡਦੇ ਸੀ। ਕਿ ਦੂਜਾ ਹਾਰ ਕੇ ਕਿਤੇ ਪਹਿਲਾ ਹਾਰ ਕੇ ਕਿਤੇ ਤੀਜਾ ਆਏ। ਫਿਰ ਬਾਅਦ 'ਚ ਮੇਰੇ ਨਾਲ ਜਦੋਂ ਟਾਉਣੇ ਹੋਣੀ ਅਸੀਂ ਖੇਡਣ ਲੱਗੇ ਇਕੱਠੇ, ਸਾਰੇ ਪਹਿਲਾਂ ਇਕੱਠੇ ਹੀ ਹੁੰਦੇ ਸੀ ਤੇ ਉਦੋਂ ਅਸੀਂ ਵਧੀਆ ਮੈਚ ਖੇਡਣ ਲੱਗ ਗਏ। ਤੇ ਫਿਰ ਬਾਅਦ ਵਿੱਚ ਟਾਉਣਾ ਕੁੱਬੇ ਕਲੱਬ 'ਚ ਖੇਡਦਾ ਸੀ ਜੀ। ਕੁੱਬੇ ਕਲੱਬ 'ਚੋਂ ਇਹ ਕਾਲਖ 'ਚ ਆ ਗਿਆ। ਕਾਲਖਾ ਚੱਲ ਸਾਰੇ ਪਲੇਅਰ ਉੱਥੋਂ ਤੋਂ ਆਏ ਸੀ, ਪ੍ਰੇਮ ਹੋਣੀ ਸਾਰੇ ਸੀਗੇ, ਮਨਜੀਤ ਸਾਰਾ। ਤੇ ਫਿਰ ਇਹਨਾਂ ਦਾ ਲਿੰਕ ਮੁੜ ਕੇ ਉਹ ਬੰਦੇ ਸਾਡੇ 'ਚ ਖੇਡੇ ਮੈਚ ਜੀ। ਫਿਰ ਸਾਨੂੰ ਜਿੱਤਣ ਲੱਗੇ ਅਸੀਂ। ਜਿਵੇਂ ਕਿ ਕਾਫੀ ਲੰਬਾ ਸਮਾਂ ਸੰਘਰਸ਼ ਰਿਹਾ, 1992 ਤੋਂ ਕਬੱਡੀ ਖੇਡਣ ਲੱਗੇ, ਯਾਨੀ ਕਿ 2004-05 ਤੱਕ ਤੁਸੀਂ ਕਾਫੀ ਸੰਘਰਸ਼ ਲੜਿਆ ਕਬੱਡੀ। 2000 ਤੱਕ ਜਾਨੀ ਕੰਮ ਅਸੀਂ ਪੂਰਾ ਚੱਲਿਆ ਸਾਡਾ ਜੀ, ਆਈ ਬਸ। ਉਸ ਤੋਂ ਬਾਅਦ ਜਾ ਕੇ ਫਿਰ ਅਸੀਂ ਲੱਗੇ ਜਿੱਤਣ ਜੀ।
ਤੇ ਜਦੋਂ ਪਹਿਲੀ ਵਾਰ ਜਿੱਤੇ ਤੇ ਕਿੰਨੀ ਖੁਸ਼ੀ ਮਹਿਸੂਸ ਹੋਈ? ਬਹੁਤ ਜ਼ਿਆਦਾ ਹੋਈ ਵੀਰੇ। ਕਿਹੜਾ ਟੂਰਨਾਮੈਂਟ ਸੀ ਉਹ? ਪਹਿਲਾਂ ਅਸੀਂ ਕਾਲੇ ਕੀ ਸੀਗੇ ਖੇਡੇ, ਜ਼ਿਲ੍ਹੇ ਮੋਗੇ ਦੇ ਵਿੱਚ। ਮੋਗੇ ਦੇ ਵਿੱਚ ਬਾਗੇ ਪੁਰਾਣੇ ਕੋਲੇ। ਜੀ ਉੱਥੇ ਚੱਕਰ ਦੀ ਟੀਮ ਸੀ, ਜੀ ਚੜੈਕ ਦੀ ਟੀਮ ਸੀ, ਇੱਕ ਸਾਡੀ ਸੀ, ਗਗੜੇ ਦੀ। ਤੇ ਉੱਥੇ ਹਨੇਰਾ ਹੋਣ ਦੇ ਬਾਵਜੂਦ ਚੌਹਾਂ ਟੀਮਾਂ 'ਚ ਪ੍ਰਾਈਜ਼ ਇੱਕੋ ਜਿਹਾ ਕਰਤਾ ਜੀ। ਫਸਟ ਸੈਕੰਡ। ਜਿਵੇਂ ਤੁਸੀਂ 4 ਟੀਮਾਂ ਦੇ ਨਾਮ ਲਏ ਆ, ਚੱਕਰ ਦਾ ਵੀ ਤੁਹਾਡੇ ਇਲਾਕੇ ਦੇ ਵਿੱਚ ਬਹੁਤ ਵੱਡਾ ਨਾਮ ਚੱਲਿਆਗਾ, ਤੇ ਜਸ ਗਗੜੇ ਦਾ ਵੀ ਨਾਮ ਕਾਫੀ ਚੱਲਿਆ, ਹਾਂਜੀ। ਚੜੈਕ ਦਾ ਵੀ ਕਾਫੀ ਨਾਮ ਚੱਲਿਆ, ਤੁਹਾਡੀ ਵੀ ਟੀਮ ਟੌਪ ਦੀ, ਯਾਨੀ ਕਿ ਉੱਥੋਂ ਗੱਲਾਂ ਹੋਣ ਲੱਗੀਆਂ। ਉਸ ਤੋਂ ਬਾਅਦ ਤਾਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਜੀ? ਨਹੀਂ ਜੀ, ਉਦੋਂ ਅਸੀਂ ਸਪੀਟੀ ਰੇਡਰ ਸੀ, ਮੈਂ ਤੇ ਪ੍ਰਵਿੰਦਰ ਇਹਨਾਂ 'ਚ ਆਏ ਆ ਪਹਿਲਾਂ। ਫਿਰ ਉੱਥੇ ਅਸੀਂ ਸੈਮੀ ਟੀਮ ਪਹੁੰਚੀ ਜਦੋਂ, ਫਿਰ ਸਾਨੂੰ ਇਹ ਨਾਲ ਜਾਣ ਲੱਗ ਗਈ ਮਾੜਾ ਮੋਟਾ, ਜੀ। ਕਿਤੇ ਅਸੀਂ ਉੱਠ ਜਾਣਾ ਕਿਤੇ ਨਾ ਜਾਣਾ, ਮਰਜ਼ੀ ਜੀ ਕਰ ਦਿੰਦੇ ਸੀ ਆਪਦੀ। ਤੇ ਤੁਸੀਂ ਕਬੱਡੀ ਵੱਲ ਕਿਵੇਂ ਆਏ? ਜਿਵੇਂ ਕਿ ਕਬੱਡੀਆਂ ਕਿਉਂ ਪਾਉਣ ਲੱਗੇ, ਜਾਫ ਵੱਲ ਕਿਉਂ ਨਹੀਂ ਗਏ? ਇਹ ਕੀ ਕਾਰਨ ਸੀ? ਪਹਿਲਾਂ ਤਾਂ ਸੀਗਾ ਚੱਕਰ ਵੀ ਜਾਫ ਕਰਕੇ, ਫਿਰ ਮੈਨੂੰ ਇਹਨਾਂ ਨੇ ਕਹਿਣਾ ਨਹੀਂ ਤੇਰੀ ਸਪੀਡ ਬਾਹਲੀ ਆ, ਜੀ ਤੂੰ ਰੇਡਾ ਹੀ ਪਾਇਆ ਕਰ। ਇਹ ਜੋ ਖੇਡਣਾ ਕਰਨਾ, ਸਕੂਲੇ ਭੱਜਣਾ ਕਰਨਾ, ਛੇੜ ਛੂੜ ਕੇ ਭੱਜ ਜਾਣਾ, ਤੇ ਕਿਸੇ ਦੇ ਮੱਥ ਆਉਂਦਾ ਹੀ ਨਹੀਂ ਸੀ ਜੀ। ਜਮੀ ਬਾਹਲੀ ਸਪੀਡ ਸੀ, ਜਮੀ ਨਹੀਂ ਕੋਈ ਆਏ ਨਹੀਂ ਸੀ ਹੁੰਦਾ ਮੈਨੂੰ ਭੈਣ ਸਾਡੇ ਵੀ ਕੋਈ ਮੈਨੂੰ ਫੜ ਹੀ ਦਿੰਦੀ ਜੀ। ਯਾਨੀ ਕਿ ਸਪੀਡੀ ਹੋਣ ਕਰਕੇ ਹਾਂਜੀ। ਕਿਤੇ ਨਾ ਕਿਤੇ ਨਾਮ ਦੇ ਪਿੱਛੇ ਫੋਰਡ ਜੋ ਨਾਮ ਪਿਆ, ਇਹੀ ਕਾਰਨ ਹੈਗਾ? ਹਾਂਜੀ, ਤਾਂ ਜੀ ਨਾ ਪਿਆ ਸੀ, ਬੜਾ ਭੱਜਦਾ ਹੀ ਨਹੀਂ ਵੀਰੇ। ਇਹ ਫੋਰਡ ਨਾਮ ਕਿਸ ਨੇ ਰੱਖਿਆ ਸੀ? ਜਿਵੇਂ ਇਹ ਇੱਥੇ ਮੀਂਹ ਜਿਹਾ ਪੈਂਦਾ ਸੀ, ਉਦੋਂ ਮੀਂਹ ਪੈਂਦੇ 'ਚ ਭੱਜੇ ਫਿਰਦੇ ਸੀ ਨਿੱਕੇ ਨਿੱਕੇ ਹੁੰਦੇ, ਉੱਥੇ ਇੱਥੇ ਘਰਾਂ 'ਚ ਸੀਗੇ ਮੁੰਡੇ, ਉਹਨਾਂ ਨੇ ਨਾਂ ਰੱਖਿਆ ਹੀ ਬਣਾਈ। ਜਿਵੇਂ ਫੋਰਡ ਦੀ ਸਪੀਡ ਬਹੁਤ ਤੇਜ਼ ਹੁੰਦੀ ਹੈ ਤੇ ਤੁਸੀਂ ਵੀ ਫੋਰਡ ਦੀ ਤਰ੍ਹਾਂ ਭੱਜਦੇ ਸੀ। ਹਾਂਜੀ। ਤੇ ਫਿਰ ਕਿੰਨੇ ਸਾਲ ਤੂਤੀ ਬੋਲੀ ਖੇਡ ਗਰਾਊਂਡਾਂ ਦੇ ਵਿੱਚ? ਫਿਰ ਵੀਰੇ 2000 ਜਾਨੀ 2-3 ਤੋਂ ਕੰਮ ਚੱਲ ਪਿਆ, ਜੀ। ਤੇ ਬਸ ਫਿਰ ਸਾਨੂੰ ਕੋਚਾਂ ਨੇ ਮਿਹਨਤ ਵੀ ਲਵਾਈ, ਕੋਚ ਵੀ ਸਾਡੇ ਪਿੰਡ ਬਹੁਤ ਆਏ। ਫਿਰ ਸਾਡਾ ਨਾਂ ਮਾੜਾ ਚੱਲ ਪਿਆ, ਬੋਲਣ ਲੱਗ ਗਿਆ। ਜੀ। ਬੋਲਦਾ ਫਿਰ ਅਸੀਂ ਨੂਰਪੁਰ ਵਾਲੇ ਭਲਵਾਨ ਕੋਲੇ ਗਏ। ਜੀ। ਗੋਡੇ ਦੇ ਸੱਟ ਵੱਜੀ, ਉੱਥੇ ਮੈਨੂੰ ਪ੍ਰੇਮ ਚ ਹਨੇਰਾ ਲੈ ਗਿਆ ਸੀ। ਜੀ। ਉਹਦੇ ਨਾਲ ਮੇਰਾ ਬਹੁਤ ਪਿਆਰ ਸੀ ਉਹਨਾਂ ਨਾਲ ਵੀ। ਤੇ ਜਦੋਂ ਉਹ ਲੈ ਗਿਆ, ਉਹਦੇ ਬਿਨਾਂ ਗੋਡਾ ਠੀਕ ਕੀਤਾ ਭਲਵਾਨ ਨੇ, ਤੇ ਮਿਹਨਤ ਲਵਾਈ। ਫਿਰ ਸਾਨੂੰ ਉਹਨੇ ਤਕੜੇ ਤਾਂ ਉਹਨੇ ਕੀਤਾ ਸਮਝ ਆ ਗਏ ਜੀ ਬਾਅਦ ਚ ਸਾਨੂੰ। ਜੀ। ਜਿਵੇਂ ਫੁੱਲ ਤਕੜੇ ਹੋ ਗਏ। ਹਾਂਜੀ। ਤੇ ਸ਼ੁਰੂਆਤ ਦੇ ਵਿੱਚ ਜਦੋਂ ਤਕੜੇ ਹੋ ਗਏ, ਕਿਹੜੀਆਂ ਟੀਮਾਂ ਨਾਲ ਜ਼ਿਆਦਾ ਅਰਫਸਮਾ ਮੈਚ ਲੱਗਦਾ ਸੀ? ਮੈਚ ਤਾਂ ਸਾਡਾ ਵੀਰੇ ਉਦੋਂ ਪਹਿਲਾਂ ਤਾਂ ਕੌਂਕਿਆਂ ਨਾਲ ਲੱਗਦਾ ਸੀ ਮੈਚ ਸਾਡਾ ਬਹੁਤ ਤਕੜਾ। ਜੀ। ਜਲਾਲ ਦੀ ਨਾਲ ਵੀ ਲੱਗਦਾ ਸੀ, ਬਾਕੀ ਹੋਰ ਅਸੀਂ ਕਿਸੇ ਨੂੰ ਡੱਕਾ ਦਬਾਲ ਨਹੀਂ ਸੀ। ਤੇ ਸ਼ੁਰੂਆਤੀ ਸਮੇਂ ਦੇ ਵਿੱਚ ਕਿਸੇ ਟੀਮ ਨੇ ਜ਼ਿਆਦਾ ਪਰੇਸ਼ਾਨ ਕਰਿਆ ਹੋਵੇ, ਤੁਹਾਨੂੰ ਜ਼ਿਆਦਾ ਹਰਾਇਆ ਹੋਵੇ ਸੰਘਰਸ਼ ਦੇ ਸਮੇਂ? ਉਦੋਂ ਜੀ ਸਾਡਾ ਦਦਾਰੇ ਵਾਲਾ ਮੈਚ ਬਹੁਤ ਆਉਂਦਾ ਹੈ। ਜੀ। ਪ੍ਰੀਤ ਹੁੰਦਾ ਸੀ, ਗੁਰਪ੍ਰੀਤ, 2 ਰੇਡਰ ਸੀ ਉਹਨਾਂ ਦੇ। ਜੀ। ਇੱਕ ਜੈਤੋ ਦਾ ਮੁੰਡਾ ਜਿੰਦਰ ਭਾਊ ਉਹਨਾਂ ਦੇ ਨਾਲ ਦਾ ਰਹਿੰਦਾ ਇੱਥੇ, ਜੀ। ਉਹ ਜਾਫੀ ਬਹੁਤ ਵਧੀਆ ਹੈ। ਉਹਨੇ ਸਾਨੂੰ ਇੱਕ ਅੱਧੀ ਵਾਰ ਫੜ ਲੈਣਾ, ਇੱਕ ਵਾਰੀ 2 ਵਾਰੀ, ਬਸ ਅਸੀਂ ਉਸੇ ਤੇ ਹੀ ਹਾਰ ਕੇ ਆਏ ਹਾਂ। ਜੀ। ਤਕਰੀਬਨ ਜੇ 10 ਟੂਰਨਾਮੈਂਟ ਖੇਡਦੇ ਸੀ, ਇੱਕ ਅੱਧਾ ਟੂਰਨਾਮੈਂਟ ਹੀ ਹੁੰਦਾ ਸੀ ਜਾਂ 2 ਬਈ ਨਹੀਂ ਮੈਚ ਉਹਨਾਂ ਨਾਲ। ਮੈਂ ਜਿੱਥੇ ਜਾਣਾ ਸਾਡਾ ਮੈਚ ਉਹਨਾਂ ਨਾਲ ਹੀ ਹੁੰਦਾ ਸੀ, ਦਦਾਰੇ ਵਾਲ ਨਾਲ। ਦਦਾਰੇ ਵਾਲ ਨਾਲ। ਜੀ। ਜੀ। ਤੇ ਜੇ ਸਾਡਾ ਤਾਂ ਮੈਚ ਇਹਨਾਂ ਨਾਲ ਪਿੰਡ ਦਾ ਹੀ ਹੁੰਦਾ ਸੀ, ਤੇ ਸਾਨੂੰ ਬਸ ਇਹ ਹਰਾ ਦਿੰਦੇ ਸਨ। ਯਾਨੀ ਕਿ ਸ਼ੁਰੂਆਤ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਤੋਂ ਹਾਰ ਕੇ। ਹਾਂਜੀ, ਹਾਂਜੀ। ਉਸ ਤੋਂ ਬਾਅਦ ਫਿਰ ਤੂਤੀ ਬੋਲੀ ਹੈਗੀ 4-5 ਸਾਲ ਲਗਾਤਾਰ, ਮੈਨੂੰ ਲੱਗਦਾ ਰਿਕਾਰਡ ਹੀ ਰਿਹਾ ਟੂਰਨਾਮੈਂਟ ਜਿੱਤਣ ਦਾ। ਹਾਂਜੀ। ਫਿਰ ਕੌਂਕਿਆਂ ਨਾਲ ਵੀ ਸਾਡਾ ਮੈਚ ਬਹੁਤ ਫਾਸਦਾ ਰਿਹਾ। ਜੀ। ਸੋਨੀ ਬਾਈ, ਸੰਦੀਪ ਬਾਈ, ਜੱਗਾ ਹੁੰਦੇ ਸੀ ਰੇਡਰ ਲਈ ਬਾਹਰੋਂ, ਇਹਨਾਂ ਨੂੰ ਵੀ ਫਿਰ ਅਸੀਂ ਮੈਚ ਹਰੇ ਚੰਗੇ। ਜੀ। ਜਦੋਂ ਹਰੇ ਮੁੜ ਕੇ ਫਿਰ ਅਸੀਂ ਇਹਨਾਂ ਨੂੰ ਹਰਾਉਣ ਲੱਗ ਗਏ। ਜਦੋਂ ਹਰਾਉਣ ਲੱਗ ਗਏ, ਸਾਡਾ ਪਿਆਰ ਬੜਾ ਹੀ ਨਜਾਇਜ਼, ਅੱਜ ਵੀ ਸਾਡਾ ਬਹੁਤ ਵਧੀਆ ਪਿਆਰ ਆ, ਬਹੁਤ ਜ਼ਿਆਦਾ ਵਰਤਦੇ ਅਸੀਂ, ਯਾਨੀ ਦੂਜੇ ਤੀਜੇ ਦਿਨ ਬਾਅਦ ਇਕੱਠੇ ਹੁੰਦੇ ਹੀ ਰਹਿੰਦੇ, ਮਿਲਦੇ ਹੀ ਇੱਕ ਦੂਜੇ ਨੂੰ। ਹਾਂ, ਤੁਹਾਡੇ ਇਲਾਕੇ ਦੀਆਂ ਟੀਮਾਂ ਨੇ, ਜਿਵੇਂ ਕਿ ਤੁਹਾਡੇ ਪਿੰਡ ਦੀ ਦੌਦਰ ਦੀ ਟੀਮ ਹੋਈ, ਉਸ ਤੋਂ ਬਾਅਦ ਕੌਂਕਿਆਂ ਦੀ ਟੀਮ ਹੋਈ, ਜੰਡੀ ਦੀ ਟੀਮ ਹੋਈ, ਰਸੂਲਪੁਰ ਦੀ ਟੀਮ ਹੋਈ, ਯਾਨੀ ਕਿ ਟੀਮਾਂ ਦਾ ਗੜ ਮੰਨਿਆ ਜਾਂਦਾ ਤੁਹਾਡਾ ਏਰੀਆ। ਹਾਂਜੀ। ਉਦੋਂ ਟੀਮਾਂ 80 ਵਾਲੀਆਂ ਜੀ। ਜੀ। ਜਲਾਲ ਦੀ ਯਾਰ, ਜੰਡੀ, ਕੌਂਕੇ, ਰਸੂਲਪੁਰ, ਦੌਦਰ, ਫਿਰ ਜਦੋਂ ਪਿੰਡਰ ਆ ਗਏ, ਗੋਲਡੀ ਹੋਈ ਹੁੰਦੇ ਸੀ। ਜੀ। ਤੇ ਇੱਧਰ ਨੂੰ ਤੱਪ ਦਦਾਰੇ ਵਾਲਾ, ਆਏ ਟੀਮਾਂ ਬਹੁਤ ਸੀ, ਤੇ ਲੰਡੇ, ਜੀ। ਬਹੁਤ ਜ਼ਿਆਦਾ ਟੀਮਾਂ ਸੀ। ਘੋਲਕੇ ਦੀ ਟੀਮ ਹੁੰਦੀ ਸੀ। ਯਾਨੀ ਕਿ ਪੂਰਾ ਅਰਫਸਵੇਂ ਮੈਚਾਂ ਵਾਲਾ ਕੰਮ ਹੀ ਹੁੰਦਾ ਸੀ, ਜਿਵੇਂ ਕਿ ਜਿੱਥੇ ਵੀ ਟੀਮਾਂ ਪਹੁੰਚ ਗਈਆਂ ਸਾਰੀਆਂ ਜਿੱਤਣ ਦੀ ਸੰਭਾਵਨਾ ਨਹੀਂ ਹੁੰਦੀ ਸੀ, ਅੰਦਾਜ਼ਾ ਲਾਉਣਾ ਮੁਸ਼ਕਲ ਹੁੰਦਾ ਸੀਗਾ। ਹਾਂਜੀ। ਤੇ ਤੁਹਾਡੀਆਂ ਫਿਰ 2 ਟੀਮਾਂ ਬਣੀਆਂ, ਤੇ ਤੁਸੀਂ ਕਿਹੜੀ ਟੀਮ ਜ਼ਿਆਦਾ ਖੇਡੇ? ਅਸੀਂ ਰਾਣਾ ਕਲੱਬ ਵੱਲੋਂ ਹੀ ਖੇਡੇ। 2 ਟੀਮਾਂ ਬਣਨ ਦਾ ਕੀ ਕਾਰਨ ਹੋਇਆ ਜੀ? ਬਸ ਪਲੇਅਰ ਵਾਲੇ ਸੀ ਜੀ, ਜੀ। ਮੌਕਾ ਨਹੀਂ ਮਿਲਿਆ ਸਮਝ ਲਓ। ਤੇ ਰਾਣਾ ਕਲੱਬ ਦੇ ਵਿੱਚ ਕਿਹੜੇ ਪਲੇਅਰ ਹੁੰਦੇ ਸੀ ਤੁਹਾਡੇ ਨਾਲ ਜੀ? ਰਾਣਾ ਕਲੱਬ 'ਚ ਜੀ ਪਹਿਲਾਂ ਤਾਂ ਸੀਗੇ ਮੈਂ ਤੇ ਬਿੱਟੂ ਰੇਡਰ ਸੀ। ਜੀ। ਬਾਅਦ 'ਚ ਮੁੰਡਾ ਇੱਕ ਬੂਟਾ ਉੱਠ ਖੜਿਆ ਨਵਾਂ। ਛਾਪੀ ਸੀਗੇ ਸਾਡੇ, ਪਹਿਲਾਂ ਪੀਤਾ ਸੀ,
ਸ਼ਿੰਦਾ ਸੀ ਜੀ ਕੀਪਾ ਸੀ ਮੁੰਡਾ ਇੰਗਲੈਂਡ ਗਿਆ ਉਹ। ਵਰਿੰਦਰ ਥੋੜਾ ਚਿਰ ਬਾਅਦ ਚ ਜਿਹੜੀ ਉੱਠਿਆ ਜੀ ਫਿਰ ਪੂਰਾ ਤਕੜਾ ਇਹ ਹੋ ਗਿਆ। ਉਹਦਾ ਭਰਾ ਸੀ ਸ਼ਿੰਦਾ, ਇਹ ਜਾਪੀ ਸਾਡੇ। ਤੇ ਦੂਸਰੀ ਟੀਮ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਸਨ ਜੀ? ਉਧਰ ਸੀਗਾ ਜੀ ਰੇਡਰ ਸੀ ਉਹਨਾਂ ਦੇ ਪੈਸੀ ਜੀ, ਪਰਮਿੰਦਰ, ਟਾਉਣਾ ਸੀ, ਇੱਕ ਮੁੰਡਾ ਹਰਮਲ ਸੀ ਬਾਹਰ ਗਿਆ ਹੋਇਆ, ਜੀ ਤੇ ਸੰਧੂਰਾ, ਤੇ ਹੋਰ ਹੁੰਦੇ ਸੀ ਨਾਲ ਇੱਕ ਦੋ ਬੰਦੇ ਇਹਨਾਂ ਦੇ। ਤੇ ਦੋਨੇ ਟੀਮਾਂ ਟੌਪ ਦੀਆਂ ਬਣੀਆਂ ਤੁਸੀਂ ਦੱਸ ਰਹੇ ਹੋ, ਤੁਹਾਡੀ ਟੀਮ ਵੀ ਟੌਪ ਦੀ ਸੀ, ਉਹ ਵੀ ਟੀਮ ਟੌਪ ਦੀ ਸੀ। ਇੱਕ ਦੋਨਾਂ ਦਾ ਆਪਸ ਦੇ ਵਿੱਚ ਕਿੰਨਾ ਕੁ ਮੈਚ ਖੜਕਦਾ ਸੀ? ਇੱਕ ਮੁੰਡਾ ਜੱਸਾ ਸੀਗਾ ਜੀ ਅਮਰੀਕਾ ਚ ਉਹਦਾ। ਮੈਚ ਤਾਂ ਵੀਰੇ ਬਹੁਤ ਜ਼ਿਆਦਾ ਖੜਕਦਾ ਸੀ ਸਾਡਾ, ਲੜੋ ਲੜਾਈ ਹੁੰਦੀ ਸੀ ਸਾਡੀ ਪਿੰਡ ਦੇ, ਸਾਡੇ ਨਾਲ ਬਹੁਤ ਜ਼ਿਆਦਾ ਹੁੰਦੇ ਸੀ ਜੀ, ਬੜਾ ਸਾਥ ਦਿੰਦੇ ਦਿੱਤਾ ਪਿੰਡ ਦੇ। ਉਧਰ ਵੀ ਪਲੇਅਰਾਂ ਨਾਲ ਉਧਰ ਵੀ ਬੰਦੇ ਬਹੁਤ ਸੀ ਪਿੰਡ ਦੇ। ਜਾਣੀ ਸਾਡਾ ਜਦੋਂ ਮੈਚ ਚੱਲ ਪੈਣਾ ਪਿੰਡ ਦੇ ਵਾਲੇ ਪਹਿਲਾਂ ਲੜਨ ਲੱਗ ਜਾਣ ਜੀ, ਬਹੁਤ ਕੁਛ ਹੁੰਦਾ ਸੀ ਟੂਰਨਾਮੈਂਟ 'ਚ ਆਏ। ਟੂਰਨਾਮੈਂਟਾਂ ਨੂੰ ਉਹ ਹੋ ਜਾਂਦਾ ਸੀ ਬਈ ਦੌਰ ਦੀ ਟੀਮ ਆ ਗਈਆਂ ਦੋਨੇ, ਇਹਨਾਂ ਨੂੰ ਮੈਚ ਲਵਾ ਦਿਓ ਆਪਣਾ ਟੂਰਨਾਮੈਂਟ ਹੋ ਗਿਆ, ਸਫਲ ਹੋ ਗਿਆ ਟੂਰਨਾਮੈਂਟ। ਟੂਰਨਾਮੈਂਟ ਸਫਲ ਹੋ ਗਿਆ, ਕੋਈ ਜਿੱਤੇ ਕੋਈ ਹਰੇ ਆਪਾਂ ਨੂੰ ਕੋਈ ਚੱਕਰ ਨਹੀਂ। ਤੇ ਕਦੇ ਫਾਈਨਲ ਦੇ ਵਿੱਚ ਦੋਨੇ ਟੀਮਾਂ ਪਹੁੰਚੀਆਂ ਤੁਹਾਡੀਆਂ? ਹਾਂਜੀ ਪਹੁੰਚ ਜਾਂਦੀਆਂ ਸੀ ਦੋਨੇ। ਕਿੰਨੇ ਕੁ ਟੂਰਨਾਮੈਂਟ ਤੇ ਪਹੁੰਚੀਆਂ ਤੇ ਕਿੱਥੇ ਕਿੱਥੇ ਪਹੁੰਚੀਆਂ ਜੀ? ਬਹੁਤ ਟੂਰਨਾਮੈਂਟ ਦੇ ਆਮ ਹੀ ਪਹੁੰਚ ਜਾਂਦੇ ਸੀ ਜੀ, ਆਮ ਹੀ। ਬਾਬਾ ਦਾਮੂ ਸ਼ਾਹ ਦੇ ਜੀ, ਮੇਰੇ ਨਾਲ ਕਹਿੰਦਾ ਸੀ ਬਿਹਾਰੀਪੁਰੀਆ, ਜੀ, ਨਿੱਕੂ ਪੰਡੋਰੀ ਨਾਲ ਬਾਈ ਨਾਲ ਬਹੁਤ ਜ਼ਿਆਦਾ ਤਿਉ ਪ੍ਰੇਮ ਆਪਣਾ, ਉਹਨੇ ਭੇਜਿਆ ਸੀ। ਉਦੋਂ ਇਹਨਾਂ 'ਚ ਖਣੀ ਕਿਹੜਾ ਪਲੇਅਰ ਖੇਡਦਾ ਸੀਗਾ, ਫਾਈਨਲ ਮੈਚ ਲੱਗਿਆ ਸਾਡਾ। ਫਾਈਨਲ ਮੈਚ ਜਾ ਕੇ ਇੱਕ ਜੱਫਾ ਪਿਆ ਕਹਿੰਦੇ ਜੀ, ਜਦੋਂ ਇਹਨਾਂ ਦਾ ਮੈਚ ਆਇਆ ਤੇ ਇਹਨਾਂ ਨੇ ਇੱਧਰੋਂ ਸਾਡੇ ਆਣੇ ਨਹੀਂ ਲਾਤੇ 2-3, ਤੇ ਇਹ ਸੈਕਿੰਡ ਰਹਿ ਗਈ, ਫਾਸਟ ਸੀ। ਬਹੁਤ ਤਕੜੇ ਮੈਚ ਲੱਗਦੇ ਸੀ, ਯਾਨੀ ਉਹ ਇੰਨਾ ਕਿ ਤੂੰ ਬੋਲਦੀ ਸੀ ਕਹਿੰਦੇ ਹੁਣ ਤੱਕ ਜੱਫਾ ਪੈ ਗਿਆ ਸੀ ਉਹਦੇ ਉੱਥੇ। ਟੂਰ ਵਾਲੇ 2 ਦਿਨ ਮੈਚ ਖੇਡੇ ਸੀ ਤੇ ਮੈਨੂੰ 2 ਦਿਨਾਂ 'ਚ ਜੱਫਾ ਹੀ ਜਾਣੀ ਸੀ। ਜਿਹੜੀ ਕਿ ਆਪਸ ਦੇ ਵਿੱਚ ਮੈਚ ਲੱਗਣਾ, ਕਿਤੇ ਨਾ ਕਿਤੇ ਇੰਟਰਸਟ ਵੀ ਵੱਧਦਾ ਸੀ, ਯਾਨੀ ਕਿ ਦੋਨੇ ਟੀਮਾਂ ਪਿੰਡ ਦੀਆਂ ਤੇ ਜ਼ਿਆਦਾ ਖੜਕਣਾ। ਕਦੀ ਇਹ ਨਾ ਸੋਚਦੇ ਸੀ ਬਾਈ ਤੁਸੀਂ ਪਹੁੰਚੇ ਹੋ, ਆਪਾਂ ਥੋੜਾ ਜਿਹਾ ਇਨਾਮ ਸਾਂਝਾ ਕਰ ਲਾਂਗੇ, ਜਾਂ ਤੁਸੀਂ ਜਿੱਤ ਜਾਓ ਤਾਂ ਅਸੀਂ ਜਿੱਤ ਜਾਂਦੇ ਹਾਂ? ਬਈ ਇਹ ਕੰਮ ਨਹੀਂ ਹੁੰਦਾ ਸਾਡਾ, ਜਮਾ ਹੀ ਨਹੀਂ ਸੀ। ਸਾਡੇ ਕੁੱਤੇ ਵਾਲਾ ਪਿਆ ਸੀ ਬੜਾ ਜ਼ਿਆਦਾ। ਮੁੜ ਕੇ ਬਾਅਦ 'ਚ ਸਾਨੂੰ ਪੰਚਾਇਤ ਨੇ ਇਕੱਠੀ ਹੋਈ ਸਾਡੇ ਪਿੰਡ ਦੀ ਜੀ, ਪੰਚਾਇਤ ਨੇ ਮੁੜ ਕੇ ਸਾਨੂੰ ਟਿਕਾਇਆ ਸੀ ਵੀ ਇੱਕ ਮੈਚ ਉਹ ਛੱਡ ਦਿਆ ਕਰੋ, ਇੱਕ ਉਹ ਛੱਡ ਦਿਆ ਕਰੋ। ਜੀ, ਅਸੀਂ ਕਿਹਾ ਠੀਕ ਆ ਜੀ। ਅਸੀਂ 1-2 ਥਾਵਾਂ ਤੇ ਗਏ, ਮੈਚ ਛੱਡਿਆ ਇਹਨਾਂ ਨੂੰ। ਇਹ ਜਦੋਂ ਫਿਰ ਅਸੀਂ ਇਹਨਾਂ ਨੂੰ ਪਹਿਲਾਂ ਮੈਚ 5 ਥਾਵਾਂ ਤੇ ਹਾਰ ਗਏ ਸੀ। ਜੀ, ਜਦੋਂ ਹਾਰ ਗਏ ਮੈਚ, ਮੁੜ ਕੇ ਫਿਰ ਇਹ ਪਿੰਡ ਟੂਰਨਾਮੈਂਟ ਆ ਉੱਥੇ ਅਸੀਂ ਹਰਾਏ ਸੀ ਆਪਦੇ ਪਿੰਡ। ਜੀ, ਪਿੰਡ ਹਰਾ ਕੇ ਮੁੜ ਕੇ ਫਿਰ ਸਾਡਾ ਇਹਨਾਂ ਦੇ ਬਸ ਕੰਮ ਚੱਲ ਪਿਆ, ਫਿਰ ਸਾਨੂੰ ਜਿੱਤੇ ਨਹੀਂ। ਫਿਰ ਬਾਹਰ ਜਾ ਕੇ 1-2 ਥਾਵਾਂ ਤੇ ਮੈਚ ਇਹਨਾਂ ਨੂੰ ਛੱਡੇ, ਇਹ ਸਾਨੂੰ ਕਹਿੰਦਾ ਤੁਸੀਂ ਖੇਡ ਲਓ। ਫਿਰ ਅਸੀਂ ਕਹੇ ਕੰਮ ਨਹੀਂ ਹੋਣਾ, ਵੀ ਮੈਚ ਹੀ ਲੜਿਆ ਕਰੋ ਆਪਣਾ। ਜੀ, ਕਦੇ ਫਿਰ ਇਹ ਸੋਚ ਕੇ ਖੇਡੇ ਹੋ ਬਾਈ ਤੁਸੀਂ ਅੱਡ ਟੂਰਨਾਮੈਂਟ ਤੇ ਖੇਡ ਲਓ, ਅਸੀਂ ਅੱਡ ਤੇ ਖੇਡ ਲਿਓ? ਹਾਂਜੀ, ਤੇ ਕਦੇ ਐਂ ਵੀ ਖੇਡੇ ਹੋ? ਆਏ ਪੰਚਾਇਤ ਨੇ ਕਹੀ ਤੁਸੀਂ ਨਾ ਜਾਇਆ ਕਰੋ ਇੱਕ ਥਾਂ ਤੋਂ, ਜੀ। ਪਰ ਡੋਡੀ ਜਾ ਵੜਿਆ ਕਰੋ। ਪਰ ਕਿਤੇ ਨਾ ਕਿਤੇ ਜਿੱਦ ਸੀ। ਜਦ ਇਹ ਕਹਿੰਦੇ ਸੀ ਅਸੀਂ ਨਹੀਂ ਘੱਟ ਕਿਸੇ ਤੋਂ। ਤੇ ਇਹ ਤਾਂ ਪਿੰਡ ਦੀ ਟੀਮ ਨਾਲ ਮੈਚ ਖੜਕਦਾ ਸੀ, ਤੇ ਬਾਹਰਲੀਆਂ ਟੀਮਾਂ ਨਾਲ ਜ਼ਿਆਦਾ ਮੈਚ ਕਿੱਥੇ ਕਿੱਥੇ ਖੜਕੇ ਤੁਹਾਡੇ ਜੀ? ਮੈਚ ਤਾਂ ਬਹੁਤ ਜ਼ਿਆਦਾ ਖੜਕੇ ਟੀਮਾਂ। ਸਾਨੂੰ ਤਾਂ ਫਿਰ ਐਂ ਵੀ ਲਿਜਾਣ ਲੱਗੇ ਸੀ ਕਿ ਬੱਚੇ ਵੀ ਆਜੋ ਕੱਪ ਭੰਨ ਜੋ ਫਲਾਣੇ ਦਾ ਕੱਪ ਆ। 3-3 ਸਾਲ ਕੱਪ ਹੁੰਦੇ ਜੀ? ਹਾਂਜੀ, ਕਿੰਨੇ ਕੱਪ ਭੰਨੇ ਆ ਫਿਰ ਜੀ? ਕਿਸ਼ਨਪੁਰਾ ਹੋ ਗਿਆ ਜੀ, ਜੀ, ਤੇ ਇਧਰ ਫਿਰੋਜ਼ਪੁਰ ਏਰੀਏ 'ਚ ਵੀ ਸੀਗੇ 2-3, ਮੈਨੂੰ ਚੇਤਾ ਨਹੀਂ ਪਿੰਡਾਂ ਦਾ। ਤੇ ਫਿਰ ਸਾਨੂੰ ਆਪ ਨੂੰ ਹੀ ਐਂ ਹੋ ਗਿਆ ਵੀ ਇਹ ਕੰਮ ਠੀਕ ਨਹੀਂ, ਕਰਨੀ ਕਰਤਾਉਣ ਲੱਗ ਗਏ ਜੀ, ਵੀ ਇਹ ਲੋਕ ਸਵਾਦ 'ਚ ਪੈ ਗਏ। ਪਹਿਲਾਂ ਕੱਪ ਰੱਖ ਦਿੰਦੇ ਆ, ਮੁੜ ਕੇ ਕੱਪ ਦੇਣ ਵੇਰੀ ਗੱਲਾਂ ਹੋਰ ਕਰਦੇ। ਜੀ, ਜਿਵੇਂ ਕੱਪ ਰੱਖਤਾ ਜਦੋਂ ਦੇਣਾ ਹੁੰਦਾ ਤੇ ਉਦੋਂ- ਤੀਸਰੇ ਸਾਲ ਉਦੋਂ ਫਿਰ ਟੀਮਾਂ ਦੂਰੋਂ ਸੱਦਣ ਲੱਗ ਗਏ ਸੀ। ਹਾਂਜੀ, ਇਹ ਕੰਮ ਕਰਦੇ ਜੀ। ਯਾਨੀ ਕਿ ਕਾਫੀ ਉਸ ਸਮੇਂ ਦੇ ਵਿੱਚ ਚੱਲਦਾ ਸੀ 3 ਸਾਲਾਂ ਬਾਅਦ। ਹਾਂਜੀ ਹਾਂਜੀ ਜਿਵੇਂ ਕਿ ਪਹਿਲੇ ਸਾਲ ਜਿੱਤਣਾ, ਦੂਸਰੇ ਸਾਲ ਜਿੱਤਣਾ, ਤੀਸਰੇ ਸਾਲ ਜ਼ਿਆਦਾ ਟੀਮਾਂ ਦੂਰੋਂ ਸੱਦ ਲੈਣੀਆਂ। ਹਾਂਜੀ, ਕਿਤੇ ਨਾ ਕਿਤੇ ਇਹ ਚੀਜ਼ਾਂ ਚੱਲਦੀਆਂ ਸੀ ਪਹਿਲਾਂ ਕਬੱਡੀ ਦੇ ਚੱਲਦਾ ਵਿੱਚ। ਪੂਰਾ ਚੱਲਦਾ ਸੀ ਇਹ ਕੰਮ ਜੀ। ਤੇ ਤੁਸੀਂ 3-3 ਸਾਲ ਵਾਲੇ ਕਿਹੜੇ ਕਿਹੜੇ ਕੱਪ ਜਿੱਤ ਰੱਖੇ ਆ ਜੀ? ਅਸੀਂ ਤਾਂ ਜੀ ਸਾਡਾ ਕੋਬੇ ਕੱਪ ਹੋਇਆ, ਜੀ, ਤੇ 1-2 ਥਾਈ ਹੋਰ ਸੀਗਾ 2-2 ਸਾਲ ਵਾਲੇ ਕੱਪ ਸਾਡੇ, ਜੀ, ਉਹ ਜਿੱਤਿਆ ਸੀ। ਫਿਰ ਕੱਪਾਂ ਦਾ ਕੰਮ ਘਟ ਗਿਆ ਸੀ। ਕੱਪ ਤਾਂ ਤਕਰੀਬਨ ਜਿਹੜੇ 3 ਸਾਲ ਸੀ ਆਪਣੇ ਪੰਜਾਬ 'ਚ ਜੀ ਸਭ ਤੋਂ ਵੱਧ ਝੱਕਰ ਦੀ ਟੀਮ ਨੇ ਜਿੱਤੇ ਆ, ਹੋਰ ਕਿਸੇ ਟੀਮ ਨੇ ਜਿੱਤੇ ਹੀ। ਜੀ, ਤੇ ਕਰਮੇ ਬਾਈ ਝੱਕਰ ਦਾ ਕਰਮੇ ਬਾਈ ਨੇ, ਜੀ। ਕਾਕੇ ਉਹਨਾਂ ਨੇ, ਗੱਗੀ ਸੀ, ਜੀ, ਇਹ ਬੰਦੇ ਸੀਗੇ ਜੀ। ਇਹਨਾਂ ਨੇ ਜਿੱਤੇ, ਹੋਰ ਕਿਸੇ ਟੀਮ ਨੇ ਨਹੀਂ ਇਹਨੇ ਜਿੱਤੇ ਕੱਪ ਜਿੰਨੇ ਨੇ ਜਿੱਤੇ। ਇਹਨਾਂ ਦਾ ਨਾਮ ਬੋਲਦਾ ਵੀ ਇਹਨਾਂ ਨੇ ਸਭ ਤੋਂ ਵੱਧ ਕੱਪ ਇਹਨਾਂ ਨੇ ਜਿੱਤੇ 3 ਸਾਲ, ਕਿਸੇ ਟੀਮ ਨੇ ਨਹੀਂ ਜਿੱਤੇ। ਉਹ ਟੀਮਾਂ ਹੋਈਆਂ ਬਹੁਤ ਤਕੜੀਆਂ ਤਕੜੀਆਂ, ਪਰ ਇੰਨੇ ਕੱਪ ਨਹੀਂ ਕਿਸੇ ਨੇ ਜਿੱਤੇ ਜਿੰਨੇ ਇਹਨਾਂ ਨੇ ਜਿੱਤੇ। ਤੇ ਫਿਰ ਤੁਸੀਂ ਟੂਰਨਾਮੈਂਟਾਂ ਦੀ ਗੱਲ ਕਰੀਏ, ਜਿਵੇਂ ਕਿ ਪੰਜਾਬ ਦੇ ਵਿੱਚ ਆਹ ਟੂਰਨਾਮੈਂਟ ਆ ਗਿਆ, ਇੱਥੇ ਆ ਗਿਆ, ਇੱਥੇ ਟੀਮ ਬਣਾਉਣੀ ਆ,
ਉਹ ਕਿਹੜੇ ਜਿੱਤ ਰੱਖੇ ਟੂਰਨਾਮੈਂਟ ਜੀ? ਟੂਰਨਾਮੈਂਟ ਵੀਰੇ ਅਸੀਂ ਤਕਰੀਬਨ ਬਹੁਤ ਜ਼ਿਆਦਾ ਜਿੱਤੇ ਆ, ਸਾਰੇ ਹੀ ਜਿੱਤੇ ਆ। ਜਿਹੜੇ ਚੰਗੇ ਟੂਰਨਾਮੈਂਟ ਆ ਉਹ ਅਸੀਂ, ਜਿਵੇਂ ਸਾਹਬੇ ਵਾਲਾ ਟੂਰਨਾਮੈਂਟ ਹੋ ਗਿਆ ਜੀ, ਸਾਹਬੇ ਵਾਲੇ ਟੂਰਨਾਮੈਂਟ ਤੇ ਅਸੀਂ ਸਿਰੇ ਦੇ ਪਲੇਅਰ ਖੜਾ ਕੇ ਵੀ ਨਹੀਂ ਜਿੱਤੇ ਜੀ। ਮਹਾਰਾਜਾ ਨੂੰ ਜੀ ਸਾਨੂੰ ਨਸੀਬ ਨਹੀਂ ਹੋਇਆ ਜਿੱਤਣਾ ਉੱਥੋਂ। ਪਿਓਰ ਪਿੰਡ ਬਾਰ ਦੇ ਮੈਚ ਵੀ ਜੀ, ਪਿਓਰ ਪਿੰਡ ਬਾਰ 'ਚ ਵੀ ਸਾਡੇ ਤੋਂ ਤਗੜੀ ਟੀਮ ਕੋਈ ਹੈ ਨਹੀਂ ਸੀ ਜੀ, ਉਹ ਵੀ ਹਰੇ ਅਸੀਂ। ਤੇ ਫਿਰ 3 ਬਾਹਰੋਂ 'ਚ ਵੀ ਜੀ, ਸੀਰੇ ਹੁਣੀ ਲੈ ਕੇ ਪਿੱਥੋਂ ਵਾਲੇ ਨਾਲ ਫਿਰ ਵੀ ਨਹੀਂ ਜਿੱਤ ਸਕੇ। ਫਿਰ ਵੀ ਨਹੀਂ ਜਿੱਤੇ। ਬਾਕੀ ਸਾਰੇ ਜਿੱਤ ਰੱਖੇ, ਜਿਵੇਂ ਗਲਬ ਦੀ ਗੱਲ ਕਰੀਏ ਜਾਂ ਫਿਰ ਧੰਨੇ ਸ਼ਹੀਦ ਦੀ ਗੱਲ ਕਰੀਏ, ਇਹ ਸਾਰੇ ਟੂਰਨਾਮੈਂਟ ਬੁੰਨਿਆਂ ਵਾਲਾ ਹੋ ਗਿਆ ਜੀ। ਹੋਰ ਵੀ ਜਿਹੜੇ ਟੂਰਨਾਮੈਂਟ, ਜਿੱਥੇ ਵੀ ਟੂਰਨਾਮੈਂਟ ਜਾਂਦੇ ਵਿੱਚ ਇੱਧਰ ਰਾਣਾ ਸਾਹਿਬ ਕੋਲ ਪੈਂਦਾ ਡੇਲੋਂ ਜੀ, ਉੱਥੇ ਅਸੀਂ ਜਿੱਤੇ ਆ ਜੀ 8-9 ਸਾਲ ਲਗਾਤਾਰ ਜੀ। ਜਿੱਤੇ ਹਾਂ। ਪਤਾ ਨਹੀਂ ਉਹ ਸਾਨੂੰ ਧਰਤੀ ਤੇ ਇੰਨੀ ਬਖਸ਼ ਉੱਥੇ। ਤੁਸੀਂ ਕਿਹੜਾ ਇਲਾਕਾ ਜ਼ਿਆਦਾ ਖੇਡਦੇ ਸੀ, ਜਿਵੇਂ ਕਿ ਤੁਹਾਡਾ ਆਪਦਾ ਇਲਾਕਾ ਜ਼ਿਆਦਾ ਖੇਡਦੇ ਸੀ ਕਿ ਬਾਹਰਲੇ ਇਲਾਕਿਆਂ 'ਚ ਵੀ ਖੇਡਦੇ ਸੀ ਜ਼ਿਆਦਾ? ਅਸੀਂ ਵੀਰੇ ਪਹਿਲਾਂ ਤਾਂ ਜਦੋਂ ਕੰਮ ਚੱਲਿਆ ਸਾਡਾ, ਜੀ, ਅਸੀਂ ਆਹ ਏਰੀਆ ਖੇਡੇ, ਬਾਗਾ ਪੁਰਾਣਾ, ਫਿਰੋਜ਼ਪੁਰ ਏਰੀਆ। ਫਿਰ ਅਸੀਂ ਜਲੰਧਰ ਏਰੀਏ 'ਚ ਜਾਣ ਲੱਗੇ ਜੀ। ਇਧਰ ਬਹੁਤ ਜਿੱਤੇ ਆ ਪਿੰਡ ਵਾਰ ਦੇ ਵਿੱਚ। ਪਿੰਡ ਬਾਰ ਵੈਸੇ ਜਲੰਧਰ ਏਰੀਏ ਦੇ ਵਿੱਚ ਪਿੰਡ ਵਾਰ ਘੱਟ ਹੁੰਦੀ ਆ। ਅਸੀਂ ਬਹੁਤ ਗਏ ਆ ਜੀ। 1-2 ਸਾਈ ਤਾਂ ਸੱਭੀ ਬਾਈ ਦਾ ਵੀ ਗਏ ਆਲ ਓਪਨ 'ਚ। ਮੈਂ ਤੇ ਪੀਤਾ ਜਾਂਦੇ ਇਧਰੋਂ ਸੱਭੀ ਦੇ ਪਿੰਡ ਦੇ ਪਲੇਅਰ ਹੀ ਹੁੰਦੇ, ਫਿਰ ਵੀ ਜਿੱਤੇ ਆ। ਆਲ ਓਪਨ 'ਚ ਵੀ ਜਿੱਥੇ ਜਾਂਦੇ ਸੀ ਬਸ ਪਿੰਡ ਦੇ ਪਲੇਅਰ ਹੁੰਦੇ ਸੀ ਸਾਡੇ ਨਾਲ। ਇਹ ਹੈਪੀ ਬਾਈ ਰਸੂਲਪੁਰ ਵਾਲਾ ਜੀ, ਇਹ ਪੱਕਾ ਹੀ ਖੇਡਿਆ ਸਾਡੇ 'ਚ। ਇੱਕ ਵਾਰੋਂ 2 ਵਾਰੋਂ ਹੋਣ ਲੱਗੇ ਸੀ। ਹਾਂ, 2 ਬਾਹਰੋਂ ਜਿਵੇਂ 2 ਬਾਹਰੋਂ ਇਹ ਸਾਡੇ 'ਚ ਪੱਕਾ ਹੀ ਖੇਡਿਆ। ਹੈਪੀ ਜ਼ਿਆਦਾ ਕਿਉਂ ਖੇਡਿਆ ਤੁਹਾਡੇ ਨਾਲ ਜੀ? ਬਸ ਜੀ ਮਾਤੀ ਸਾਡੇ ਨਾਲ ਬੜੀ ਮਿਲ ਗਈ ਉਹਦੀ ਤੋਂ ਬਾਅਦ ਦੀ, ਪਹਿਲਾਂ ਤੋਂ ਹੀ। ਜੀ, ਜਦੋਂ ਮੈਂ ਕਬੱਡੀ ਖੇਡਣੀ ਸ਼ੁਰੂ ਕੀਤੀ ਆ ਜੀ, ਉਦੋਂ ਸਾਡੇ ਢੁੱਡੀ ਕਹਿੰਦਾ ਮੁੰਡਾ ਪਿੰਦੀ ਹੁੰਦਾ ਸੀ, ਉੱਠਦਾ ਸੀ ਉਹ ਜਿਹੜੀ ਉਦੋਂ ਪੂਰਾ ਉੱਠਿਆ ਵਾ ਸੀ, ਤਕੜਾ ਸੀ। ਅਸੀਂ ਉੱਠਦੇ ਸੀ ਉਦੋਂ। ਮੈਨੂੰ ਇਹ ਗੱਲਬਾਤ ਹੁੰਦੀ ਰਹਿੰਦੀ ਸੀ ਵੀ ਬਾਈ ਏਪੀ ਵੀ ਖੇਡਦਾ ਜੀ, ਤੇ ਇਹ ਅਸੀਂ ਉੱਥੇ ਵੀ ਜਾਂਦੇ ਰਹੇ ਮਹੀਨਾ ਸਾਈਕਲਾਂ ਦੇ ਦੋਨੇ ਜੀ। ਇਹਨਾਂ ਤੇ ਪ੍ਰੇਮ ਪਹਿਲਾਂ ਤੋਂ ਹੀ। ਹਾਂ, ਨਾਲ ਪਿੰਡ ਹੋਣ ਕਰਕੇ। ਫਿਰ ਇੱਥੇ ਬੇਂਤ ਮੂਲ ਤੇ ਸਾਡੇ ਕੋਲੇ ਆਉਂਦਾ ਹੀ ਲਾਉਂਦੇ ਸੀ ਜੀ, ਕਿਉਂਕਿ ਕੈਂਪ ਕੂੰਪ ਅਸੀਂ ਚੰਗੇ ਲਵਾਏ ਆ। ਸੁੱਖੀ ਸਾਹਿਬ ਭਾਗੀ ਕਿਆਣਾ ਦਾ ਵੀ ਲਵਾਇਆ ਜੀ, 2 ਮਹੀਨੇ। ਸਾਧੂ ਸਾਹਿਬ ਪੱਤੂ ਵਾਲੇ ਵੀ ਕੈਂਪ ਲਾ ਗਏ ਸਾਡੇ। ਸਾਰੇ ਹੀ ਇੱਥੇ ਆਉਂਦੇ ਰਹੇ, ਪੱਪੂ ਹੁਣੀ ਵੀ ਆਉਂਦੇ ਰਹੇ, ਚੂੜ ਚੱਕਰ ਜੀ, ਕਹਿੰਦੇ ਸੰਦੀਪ ਜੱਗੀ ਹੋਣੀ, ਬਾਈ ਹੁਣੀ, ਸੋਨੀ ਗੁਰੂ ਸਾਰਾ, ਸਾਰੇ ਏਰੀਏ ਦੇ ਪਲੇਅਰ ਇੱਥੇ ਮਿਹਨਤ ਲਾਉਂਦੇ ਰਹੇ। ਸੁੱਖੀ ਸਾਹਿਬ ਨੇ ਕੈਂਪ ਲਵਾਇਆ, ਫਿਰ ਸਾਧੂ ਸਾਹਿਬ ਨੇ ਲਵਾਇਆ, ਉਹ ਵੀ ਪਲੇਅਰ ਬਹੁਤ ਆਉਂਦੇ ਰਹੇ। ਤੇ ਜਿਵੇਂ ਹੈਪੀ ਤੋਂ ਬਿਨਾਂ ਤੁਹਾਡੀ ਟੀਮ ਦੇ ਵਿੱਚ ਹੋਰ ਕਿਹੜੇ ਪਲੇਅਰ ਖੇਡੇ ਆ? ਛੱਤਾ ਬਾਣੂ ਕਿਹੜਾ ਜੀ, ਜੀ, ਭੀਮ, ਮਰੀਕ ਰਾਊ ਵੀ ਸਾਡੇ ਪਿੰਡ 'ਚ ਹੀ ਖੇਡਿਆ, ਉਹ ਵੀ ਨਹੀਂ ਕਿਤੇ ਹੋਰ ਖੇਡਿਆ। ਜੀ, ਤੇ ਹਰਪ੍ਰੀਤ ਜਿਹਨੂੰ ਬੰਬ ਕਹਿੰਦੇ ਰੌਲੀ ਵਾਲਾ, ਜੀ, ਬੇਅੰਤ ਡੱਲੇ ਵਾਲਾ, ਉਹ ਵੀ ਸਾਡੇ 'ਚ ਹੀ ਖੇਡਿਆ ਜੀ 1 ਸਾਲ 2 ਸਾਲ ਜਿਹੜਾ ਖੇਡਿਆ। ਤੇ ਸੀਰਾ ਮੱਲਿਆਣੇ ਵਾਲਾ ਜੀ, ਪਹਿਲਾਂ ਉਹ ਕਲੀਚਾ ਕੱਚ ਵੀ ਖੇਡਦਾ ਸੀ, ਫਿਰ ਉਹ 1-2 ਵਾਰੀ ਉਹਨੂੰ ਲਿਆਂਦਾ ਨਾਲ, ਮੁੜ ਕੇ ਫਿਰ ਉਹ ਗਿਆ ਹੀ ਨਹੀਂ। ਜਿਵੇਂ ਤੁਹਾਡੇ ਪਿੰਡ ਦੀਆਂ ਟੀਮਾਂ 2 ਸੀ ਤੇ ਪਿੰਡ ਦੇ ਟੌਪ ਦੇ ਪਲੇਅਰ ਸੀ, ਫਿਰ ਵੀ ਬਾਹਰਲੇ ਪਲੇਅਰ ਖੜਾਉਣ ਦਾ ਕਿਉਂ ਚੱਕਰ ਬਣਦਾ ਸੀ? ਰੱਖ ਤਾਂ ਵੀਰੇ 2 ਬਾਹਰੋਂ ਹੁੰਦੇ ਸੀ ਜੀ, ਅਸੀਂ ਰੇਡਰ ਸੀਗੇ 2 ਪਹਿਲਾਂ, ਮੈਂ ਤੇ ਬਿੱਟੂ। ਜੀ, ਬਿੱਟੂ ਹਲਕਾ ਸੀ, ਜਵਾਕ ਸੀ, ਨਵਾਂ ਉੱਠਿਆ ਸੀ। ਜੀ, ਰੇਡਰ ਵੀ ਸਾਨੂੰ ਨਾਲ ਰੱਖਣਾ ਪੈਂਦਾ ਸੀ। ਫਿਰ ਜਦੋਂ ਤਕੜੇ ਹੋ ਗਏ, ਨਜਾਇਜ਼ ਤਕੜੀ ਟੀਮ ਹੋ ਗਈ ਵੀ ਤੋਂ ਵੱਧ, ਫਿਰ ਜਿਹੜੇ ਪਲੇਅਰ ਅੱਜ ਸਾਡੇ 2 ਖੇਡੀ ਜਾਂਦੇ ਬਾਹਰੋਂ ਸਾਡੇ 'ਚ, ਜੀ, ਜਿਹੜੇ ਕੱਲ ਨੂੰ 2 ਖੇਡਦੇ ਉਹ ਵੀ ਸਾਡੀ ਗੱਡੀ ਚੱਜ ਨਾਲ ਹੀ ਬੈਠੇ ਜੀ, ਪਿੰਡ ਨਹੀਂ ਜਾਂਦੇ ਸੀ, ਇੱਥੇ ਹੀ ਰਹਿੰਦੇ। ਫਿਰ ਉਹ ਤੇ ਬਈ ਨੇੜ ਪਿੰਡ ਹੀ ਉੱਠ ਗਿਆ, ਸੀਰਾ ਬਹੁਤ ਸਾਰਿਆਂ ਦਾ। ਜੀ। ਤੇ ਐ ਕਿਉਂ ਪ੍ਰੇਮੀ ਬਾਹਲਾ ਸਾਡਾ ਹੀ ਨਹੀਂ ਕੰਮ। ਤੇ ਫਿਰ ਅਕੈਡਮੀਆਂ ਦੀ ਗੱਲ ਕਰੀਏ, ਅਕੈਡਮੀਆਂ ਖੇਡਣ ਦੀ ਸ਼ੁਰੂਆਤ ਕਦੋਂ ਕਰੀ ਤੁਸੀਂ? ਅਕੈਡਮੀਆਂ ਦੇ ਮੈਚ ਵੀਰੇ ਮੈਂ ਥੋੜੇ ਖੇਡਿਆ। ਕਿਉਂ ਥੋੜੇ ਖੇਡੇ ਹੋ ਜੀ? ਪਿੰਡ ਬਾਅਦ 'ਚ ਚਸਕਾ ਬਾਹਲਾ ਸੀ ਸਾਨੂੰ, ਆਉਂ ਸੀ ਜਿੱਤਦੇ ਹਾਂ ਡੇਲੀ, ਘਰੋਂ ਠੀਕ ਹੀ ਸੀ, ਗਰੀਬੀ ਸੀ ਜੀ, ਰੋਜ਼ ਕੁਛ ਨਾ ਕੁਛ ਮਿਲਦਾ ਸੀ। ਫਿਰ ਮੇਰਾ ਮਨ ਜਿਹਾ ਮੰਨਿਆ ਹੀ ਨਹੀਂ। ਅੱਜ ਖੇਡਿਆ ਮੈਚ ਹੈਗਾ ਅਕੈਡਮੀਆਂ ਦੇ, ਪਰ ਉਹ ਸਵਾਦ ਜਿਹਾ ਨਹੀਂ ਆਉਂਦਾ ਸੀ ਅਕੈਡਮੀ ਖੇਡ ਕੇ। ਹਾਂਜੀ, ਕਿਤੇ ਨਾ ਕਿਤੇ ਜਿਵੇਂ ਤੁਸੀਂ ਅਕੈਡਮੀਆਂ ਖੇਡੇ ਘੱਟ ਹੋ, ਸਵਾਦ ਦੀ ਗੱਲ ਕਰ ਰਹੇ ਹੋ, ਮੇਨ ਕਾਰਨ ਇਹੀ ਬਣਿਆ ਵਿਦੇਸ਼ ਨਾ ਖੇਡਣ ਦਾ? ਹਾਂਜੀ ਵਧਾਈ ਬਣੀ। ਜਿਵੇਂ ਪਿੰਡ ਵਾਰ ਖੇਡੀ ਗਏ, ਜਿੱਤੀ ਗਏ, ਤੇ ਜਿੱਤਣਾ ਚਸਕਾ ਸੀ, ਜਿਵੇਂ ਪ੍ਰਮੋਟਰਾਂ ਦੀ ਨਿਗਾਹ ਦੇ ਵਿੱਚ ਨਹੀਂ ਆਏ। ਬਾਕੀ ਪਲੇਅਰ ਤੁਹਾਡੇ ਜਿਵੇਂ ਕਿ 11 ਪਲੇਅਰ ਖੇਡੇ ਆ ਵਿਦੇਸ਼, ਹਾਂਜੀ, ਤੁਸੀਂ ਇੱਕ ਪਲੇਅਰ ਰਹਿ ਗਏ ਜੋ ਵਿਦੇਸ਼ ਨਹੀਂ ਖੇਡ ਸਕੇ। ਹਾਂਜੀ, ਕਿਤੇ ਨਾ ਕਿਤੇ ਇਹ ਵੀ ਕਮੀ ਹੈ ਨਾ, ਜਿਵੇਂ ਕਿ ਜੋ ਵਿਦੇਸ਼ ਖੇਡੂਗਾ, ਜਿਹੜਾ ਅਕੈਡਮੀ ਖੇਡੂਗਾ, ਉਸੇ ਦਾ ਵੀਜ਼ਾ ਜ਼ਿਆਦਾ ਵਿਦੇਸ਼ ਦਾ ਲੱਗਦਾਗਾ। ਹਾਂ ਵੀਰੇ, ਬਸ ਆਹੀ ਵਜ੍ਹਾ ਹੀ ਰੱਖਦਾ, ਜਾਂ ਜੋ ਵੀ ਗੱਲਬਾਤ ਹੁੰਦੀ ਸੀ ਆਪਾਂ ਉਹਦੀ ਮੂੰਹ ਤੇ ਕਹਿ ਦਿੰਦੇ।
ਆਪਾਂ ਤੋਂ ਚੌਲਗਾ ਚੱਕ ਕੇ ਨਹੀਂ ਤੁਰਿਆ ਗਿਆ। ਜੀ ਸਿੱਧੀ ਗੱਲ ਤੈਨੂੰ ਮੈਂ ਦੱਸ, ਜੀ ਜੇ ਉਵੇਂ ਤੋਂ ਅੱਗੇ ਫਿਰ ਤੱਕ ਕਦੋਂ ਦੇ ਬੈਠੇ ਹੁੰਦੇ, ਇਹ ਕੁਛ ਕੀਤਾ ਹੀ ਨਹੀਂ ਆਪਾਂ। ਜੀ ਕਦੇ ਫਿਰ ਵੀ ਵੀਜ਼ੇ ਦੀ ਗੱਲ ਹੋਈ ਹੋਵੇ ਜਾਂ ਕੈਂਸਲ ਹੋਇਆ ਹੋਵੇ ਵੀਜ਼ਾ ਕਦੇ? ਹੋਇਆ ਵੀਰੇ, ਕੈਨੇਡਾ ਦਾ ਵੀ ਹੋਇਆ, ਜੀ ਅਮਰੀਕਾ ਦਾ ਵੀ ਹੋਇਆ। ਅਮਰੀਕਾ ਦੀ ਗੱਲ ਹੋਈ ਸਾਡੀ, ਸੈਦੂ ਵਾਲਾ ਮੱਖਣ, ਜੀ ਸੰਦੀਪ, ਜੱਗਾ, ਪੀਤਾ ਤੇ ਬਾਜੀ ਜਾਫੀ ਸੀ। ਜੀ ਮੈਂ ਤੇ ਜਮੇਰ ਤੇ ਕੀਪਾ ਤਿੰਨੇ ਰੇਡਰ ਸੀ। ਅਮਰੀਕਾ ਕੱਪ ਤੇ ਜਾਣਾ ਸੀ, ਜੀ ਕੈਂਸਲ ਹੋਇਆ। ਫਿਰ ਕੈਨੇਡਾ ਦਾ ਕੈਂਸਲ ਹੋਇਆ ਇੱਕ ਵਾਰੀ। ਫਿਰ ਭਲਵਾਨ ਨੇ ਗੱਲ ਕਰਾਈ ਨਾਰਵੇ ਦੀ, ਜਿਹੜੇ ਬੰਦਿਆਂ ਨੇ ਪੇਪਰ ਪਾਈ ਜ਼ਿੰਮੇਵਾਰੀ ਚੱਕੀ ਸੀ, ਉਹ ਮੁੱਲਾਪੁਰ ਕੋਲ ਦੇ ਸੀ। ਉਹਨਾਂ ਨੇ ਕਹੀ ਮੋੜ ਵੀ ਨਹੀਂ ਦੇਣਾ, ਇਹ ਬੰਦੇ ਨੇ ਘਰ ਹੀ ਰੱਖਣਾ। ਜੀ ਇੱਥੋਂ ਗੱਲ ਕਰਕੇ ਸਾਰਾ ਕੁਛ, ਫਿਰ ਸਾਡਾ ਨਾਰਵੇ ਦਾ ਵੀ ਨਹੀਂ ਲੱਗਿਆ। ਉਦੋਂ ਵੀ ਸਾਰੇ ਸੀ, ਸੰਦੀਪ ਹੁਣੀ ਬਾਈ ਨਾਲ ਸੀ, ਨਾਲੇ ਚੂੜ ਚੱਕ ਵਾਲਾ ਮੀਤਾ ਸੀ। ਜੀ ਉਦੋਂ ਫਿਰ ਰਿਫਿਊਜ਼ ਹੋ ਗਿਆ। ਉਦੋਂ ਵੀ ਫਿਰ ਯਾਨੀ ਕਿ ਕਿਤੇ ਨਾ ਕਿਤੇ ਠੇਠ ਤਾਂ ਲੱਗੀ ਹੋਵੇਗੀ ਮਨ ਨੂੰ, ਜਿਵੇਂ ਕਿ ਗੁੱਸਾ ਤਾਂ ਆਇਆ ਹੋਵੇਗਾ ਜਾਂ ਫਿਰ ਮਨ ਤੇ ਗੱਲ ਲਈ ਹੋਵੇ ਬਾਈ ਮੈਂ ਇੰਨਾ ਵਧੀਆ ਖੇਡਿਆ, ਵਿਦੇਸ਼ ਨਹੀਂ ਖੇਡ ਸਕਿਆ। ਹਾਂ ਵੀਰੇ, ਜਦੋਂ ਫਿਰ 11 ਪਲੇਅਰ ਗਏ ਆ, ਉਦੋਂ ਬਾਅਦ ਮਨ ਟੁੱਟ ਗਿਆ ਜਮੀ। ਫਿਰ ਟੁੱਟ ਗਿਆ ਮਨ, ਫਿਰ ਨਸ਼ੇ 'ਚ ਹੀ ਪੈ ਗਿਆ। ਜੀ ਬਹੁਤ ਕੀਤਾ ਨਸ਼ਾ। ਫਿਰ ਕਬੱਡੀ ਤੋਂ ਦੂਰ ਹੋਣ ਦਾ ਵੀ ਇਹੀ ਕਾਰਨ ਹੈ? ਹਾਂ, ਜਗ੍ਹਾ ਨੂੰ ਮੰਨਦਾ ਮੈਂ। ਜੀ ਸਾਡੇ ਪਿੰਡ ਆ ਇੱਥੇ 11ਵੀਂ ਆ ਗਈ ਜਗ੍ਹਾ ਬਾਈ ਦੀ ਡੇਰਾ। ਫਿਰ ਉੱਥੇ ਗਿਆ ਮੈਂ। ਫਿਰ ਉੱਥੇ ਜਾ ਕੇ ਮਹਾਰਾਜ ਲਈ ਲੱਗਿਆ, ਮਹਾਰਾਜ ਹੀ ਮੈਨੂੰ। ਜੀ ਉੱਥੇ ਜਾ ਕੇ ਫਿਰ ਮੈਂ ਅਰਦਾਸ ਬੇਨਤੀ ਕੀਤੀ, ਮੈਂ ਕਿਹਾ ਮਾਲਕਾ ਦਵਾਈ ਨਹੀਂ, ਤੂੰ ਹੀ ਬਸ ਇੱਕ ਵਾਰੀ ਬਚਾ ਦੇ। ਫਿਰ ਉਸ ਤੋਂ ਬਾਅਦ ਮੇਰਾ ਨੱਕ ਨਹੀਂ ਕੀਤਾ ਜਮੀ, ਬਸ ਫਿਰ ਜ਼ਿੰਦਗੀ ਬਣ ਗਈ ਮੇਰੀ ਉਸ ਤੋਂ ਬਾਅਦ। ਤੇ ਫਿਰ ਤੁਸੀਂ ਮਾਂ ਖੇਡ ਕਬੱਡੀ ਦੇ ਵਿੱਚੋਂ ਕੀ ਕੁਝ ਜਿੱਤ ਰੱਖਿਆ ਜੀ? ਜਿੱਤਿਆ ਤਾਂ ਵੀਰੇ ਬਸ ਜੋ ਕੁਛ ਨਾਮ ਜਿੱਤਿਆ। ਜੀ ਆ ਟਰਾਫੀਆਂ ਪੰਜਾਂ ਕੱਪ ਪਏ ਆ। ਇੱਕ ਬੋਲਟ ਮੋਟਰਸਾਈਕਲ ਮੈਨੂੰ ਸਨਮਾਨਿਤ ਕੀਤਾ ਸੀ ਇੱਥੋਂ ਪਿੰਡ ਚੋਂ। ਦੂਜੇ ਪਿੰਡ ਜਾਣਾ ਮੁੰਡਾ ਰੂਬੀ ਆ, ਯਾਰ ਦੋਸਤ, ਉਹਨੇ ਸਨਮਾਨਿਤ ਕੀਤਾ ਸੀ ਰਾਣੇ ਵਾਲੇ ਕੱਪ ਤੇ। ਯਾਨੀ ਕਿ ਸਨਮਾਨ ਦੇ ਵਿੱਚ ਮਿਲਿਆ, ਬਾਕੀ ਟਰਾਫੀਆਂ ਜਿੱਤ ਰੱਖੀਆਂ। ਬਸ ਹੋਰ ਦੀ ਬਸ। ਤੇ ਉਹਨਾਂ ਸਮੇਂ ਦੇ ਵਿੱਚ ਵੈਸੇ ਮੋਟਰਸਾਈਕਲ ਤਾਂ ਹੁੰਦੇ ਨਾ ਨਾ ਸੀਗੇ। ਕੁਛ ਨਹੀਂ ਸੀ ਉਦੋਂ ਹੁੰਦਾ। ਤੇ ਕਿੰਨੇ ਕੁ ਵਾਰ ਬੈਸਟ ਰਹਿੰਦੇ ਸੀ? ਜਿਵੇਂ ਕਿ 10 ਟੂਰਨਾਮੈਂਟ ਖੇਡੇ, ਉਹਨਾਂ ਦੇ ਵਿੱਚੋਂ 10ਾਂ ਦੇ ਵਿੱਚ ਕਿੰਨੇ ਵਾਰ ਬੈਸਟ ਰਹਿੰਦੇ ਸੀ ਤੁਸੀਂ? ਦੋ ਤਿੰਨ ਚ ਰਹਿ ਜਾਂਦੇ ਸੀ ਵੀਰੇ। 2-3 ਤੇ? ਹਾਂ। ਤੇ ਸਾਲ ਦੇ ਵਿੱਚ ਇੱਕ ਰਿਕਾਰਡ ਤੁਹਾਡੇ ਬਾਰੇ ਸੁਣਿਆ ਸੀ, ਮੈਂ ਆਪਣੀ ਗੱਲ ਕਰ ਰਿਹਾ, ਕਿੰਨੇ ਟੂਰਨਾਮੈਂਟ ਖੇਡੇ ਤੇ ਕਿੰਨੇ ਜਿੱਤਦੇ ਰਹੇ ਹੋ? ਜਿਵੇਂ ਵੀਰੇ ਇੱਕ ਸੀਜ਼ਨ ਦੇ ਵਿੱਚ ਅਸੀਂ 114-15 ਟੂਰਨਾਮੈਂਟ ਖੇਡੇ ਸੀ ਜੀ, ਜਿਹਦੇ ਵਿੱਚੋਂ 92 ਟੂਰਨਾਮੈਂਟ ਸਾਡੇ ਫਸਟ ਦੇ ਸੀ। ਇੱਕ ਦੋ ਟੂਰਨਾਮੈਂਟ ਹੀ ਅਸੀਂ ਹਾਰੇ ਸੀ, ਬਾਕੀ ਸੈਕਿੰਡ ਰਹਿ ਗਏ। ਯਾਨੀ ਕਿ 92 ਫਸਟ ਦੇ ਸੀ ਹਾਂਜੀ। ਤੇ 1-2 ਹਰੇ ਹੋ, ਬਾਕੀ ਸੈਕਿੰਡ ਸੀ। ਹਾਂ, ਅਸੀਂ ਦੋ ਟੂਰਨਾਮੈਂਟ ਖੇਡੀ ਜਾਂਦੇ। ਕਿਵੇਂ ਜੀ? ਜਿਵੇਂ ਬੱਦੂਵਾਲ ਖੇਡੀ ਜਾਂਦੇ ਆ ਜੀ, ਜੀ ਬੱਦੂਵਾਲ ਖੇਡੀ ਜਾਂਦੇ ਮੈਚ, ਉੱਥੇ ਪੱਪੂ ਖੇਡਦਾ ਸਾਡੇ ਨਾਲ। ਜੀ ਜਦੋਂ ਸੈਮੀ ਟੀਮ ਜਿੱਤ ਗਈ, ਉੱਥੋਂ ਇੱਧਰ ਮੰਝਾਂ ਵਾਲੇ ਟੂਰਨਾਮੈਂਟ ਚੱਲਦਾ, ਇੱਥੇ ਪੱਪੂ ਕਹਿੰਦਾ ਕੱਲ ਨੂੰ ਮੈਂ ਫੇਰ ਖੇਡੂ, ਵੀ ਟੀਮ ਉੱਥੇ ਵੀ ਐਂਟਰ ਕਰਾ ਦਿਓ ਯਾਰ। ਜੀ ਉੱਥੋਂ ਅਸੀਂ ਗੱਡੀ ਚੱਕੀ ਤੇ ਇੱਥੇ ਮੈਂ ਤੇ ਵਰਿੰਦਰ ਦੋਨੇ ਹੀ ਆ ਗਏ। ਇੱਥੇ ਅਸੀਂ ਇਹਨਾਂ ਨੂੰ ਕਹਤਾ ਵੀ ਤੁਸੀਂ ਸਾਡਾ ਮੈਚ ਤਾਂ ਖੇਡਣਾ ਵਾ, 30 ਮਿੰਟ ਰੱਖਿਓ। ਉਹਨਾਂ ਨੇ ਕਰਤੀ। ਪਹਿਲਾ ਰਾਊਂਡ ਕਰਾਤਾ ਉਹਨਾਂ ਨੇ, ਪਹਿਲਾ ਰਾਊਂਡ ਕਰਾਤਾ ਤੇ ਉਹ ਕਹਿੰਦੇ ਯਾਰ ਤੁਸੀਂ ਆਈ ਨਹੀਂ ਕਿ ਆ ਗਏ ਬਾਈ, ਤੁਸੀਂ ਦੂਜੇ ਰਾਊਂਡ ਦੀਆਂ ਟਾਈਆਂ ਪਾ ਦਿਓ, ਸਾਡੀ ਇੱਕ ਟੀਮ ਐ ਬਾਈ ਦੂਜਾ ਰੱਖ ਕੇ ਜੇਤੂ ਰੱਖ ਕੇ ਜੀ ਪਰਚੀ ਪਾ ਦਿਓ ਸਾਡੀ ਗਾਂ। ਅਸੀਂ ਆ ਕੇ ਮੈਚ ਖੇਡਦੇ ਆ ਗਏ। ਅਸੀਂ ਦੋਨੇ ਹੀ ਉੱਥੋਂ ਆ ਕੇ ਮੰਝਾਂ ਵਾਲੇ ਮੈਚ ਖੇਡ ਗਏ ਤੇ ਆ ਕੇ ਗੱਡੀ ਰੋਕੀ, ਭੱਜ ਕੇ ਗਰਾਊਂਡ 'ਚ ਗਏ ਦੋਨੇ। ਉਹ ਕਹਿੰਦੇ ਟੀਮ ਹੀ ਆ ਗਏ ਬਸ। ਅਸੀਂ ਕਿਹਾ ਟੀਮ ਸੱਦੋ, ਉਹਨੇ ਟੀਮ ਸੱਦ ਲਈ, ਜਿੱਤ ਕੇ ਦੂਜੀ ਟੀਮ ਵੀ ਨਾਲ ਹੀ ਬੋਲਦੇ ਯਾਰ ਵੀ ਫੇਰ ਹੀ ਬਾਹਰ ਜਾਵਾਂਗੇ। ਜੀ ਦੋਨੇ ਮੈਚ ਜਿੱਤ ਕੇ ਫੇਰ ਅਸੀਂ ਉੱਥੇ ਜਾਵੜੇ। ਤੇ ਇੱਕ ਗੱਲ ਤੁਹਾਡੇ ਬਾਰੇ ਇਹ ਵੀ ਸੁਣੀ ਆ, ਕਿਤੇ ਨਾ ਕਿਤੇ ਜਿਵੇਂ ਕਿ ਟੀਮ ਨੇ 2-2 ਸਾਈਆਂ ਮਿਲ ਗਈਆਂ ਅਕੈਡਮੀਆਂ ਨੂੰ, ਤੁਹਾਡੀ ਪੂਰੀ ਦੀ ਪਿੰਡ ਦੀ ਟੀਮ ਜੋ ਹੁੰਦੀ ਸੀਗੀ ਤੇ ਪਿੰਡ ਦੀ ਟੀਮ ਨੂੰ ਅਕੈਡਮੀਆਂ ਦੇ ਵਿੱਚ ਤਾਰ ਦਿੰਦੇ ਸੀ, ਜਿਵੇਂ ਕਿ ਪ੍ਰਮੋਟਰ ਸੱਦ ਲੈਂਦੇ ਤੁਹਾਨੂੰ? ਹਾਂਜੀ, ਕੋਟਲੀ ਥਾਂ ਸਿੰਘ ਆ ਜੀ, ਸੁਖੀ ਸਾਹਿਬ ਕੋਚ ਸੀ ਉੱਥੇ, ਸਦੋਂ ਆਈਏ ਕੀ ਪਿਉਣੀ ਉਹ 'ਚ ਖੇਡਦੇ ਸੀ। ਉਹਨਾਂ ਨੂੰ ਜਿੱਦੇ 2 ਸਾਈਆਂ ਆਉਂਦੀਆਂ, ਉਹ ਅਕੈਡਮੀ ਸਾਈ ਨਹੀਂ ਮੋੜਦੀ ਜੀ। ਇੱਕ ਕੱਪ ਤੇ ਉਹ ਸਾਨੂੰ ਖੇਡਣ ਨੂੰ ਸਾਦੇ ਸੀ, ਪਿੰਡ ਦੀ ਟੀਮ ਨੂੰ? ਪਿੰਡ ਦੀ ਟੀਮ। ਅਸੀਂ 1-2 ਪਲੇਅਰ ਰੇਡਰ ਨਾਲ ਲੈ ਜਾਣੇ ਇੱਥੋਂ, ਜੀ, ਜਾਫੀ ਪਿੰਡ ਦੇ ਹੁੰਦੇ ਸੀ, ਅਸੀਂ ਜਾਤੀਆਂ ਦੇ ਜਾ ਕੇ ਨਾਲ। ਅਕੈਡਮੀਆਂ ਦੇ ਮੈਚ ਕਿੰਨੇ ਕੁ ਜਿੱਤੇ ਜਿਵੇਂ ਇਸ ਤਰੀਕੇ ਦੇ ਜੀ? ਅਸੀਂ ਜਦੋਂ ਅਸੀਂ ਗਏ ਆ ਜੀ ਉਧਰ, ਉਹ ਸਾਨੂੰ ਲੈ ਗਏ ਆ ਜੀ, ਜਿਵੇਂ ਲੱਖ 71 ਵਾਲਾ ਕੱਪ ਆ, ਉੱਥੇ ਆ ਪੜ ਗਏ। ਜੇ ਦੂਜੇ ਤੱਕ 80,000 ਆ, ਜੀ, 61,000 ਆ, ਉੱਥੇ ਸਾਨੂੰ ਭੇਜਤਾ ਸੀ, ਕਿਤੇ ਹਰੇ ਹੀ ਨਹੀਂ, ਨਹੀਂ ਜਿੱਤਦੇ ਰਹੇ ਹੋ? ਜਾਤੀਆਂ ਦੇ ਹੀ। ਤੇ ਸਭ ਤੋਂ ਵੱਧ ਟੂਰਨਾਮੈਂਟ ਦੀ ਗੱਲ ਕਰੀਏ, ਕਿੰਨੇ ਪ੍ਰਾਈਜ਼ ਵਾਲੇ ਜਿੱਤੇ ਆ ਤੁਸੀਂ? ਪ੍ਰਾਈਜ਼ ਤਾਂ ਵੀਰੇ ਜਾਨੀ
ਜਿਹੜਾ ਸਾਡੇ ਵੇਲੇ ਤੋਂ 51 ਕਾਲੀ ਟੂਲੀ ਵਾਲਾ ਹੁੰਦਾ ਜਿਹਦਾ ਚਾਹ ਕੇ ਲੈਂਦੇ ਸੀ ਜੀ, ਜ਼ਿਆਦਾ ਮੰਨਿਆ ਜਾਂਦਾ ਸੀ। ਹਾਂ 41 ਵਾਲਾ 41 31 ਵਾਲਾ ਵਿੱਚ ਅਸੀਂ ਤਾਂ ਕਹਿੰਦੇ ਬਸ ਹੁਣ ਅੱਜ ਲੋਟ ਆ ਕੰਮ ਜੀ, ਇਹੋ ਜਿਹਾ ਕੰਮ ਸੀ। ਯਾਨੀ ਕਿ ਵੰਡ ਮੇ ਵਧੀਆ ਪੈਸੇ ਆ ਜਾਂਦੇ ਸੀਗੇ, ਹਾਂਜੀ। ਅਕੈਡਮੀਆਂ ਖੇਡਦੇ ਸੀ, ਘੱਟ ਆਉਂਦੇ ਸੀ। ਹਾਂਜੀ ਉਹ ਚ ਫਿਰ ਉਹਦੇ ਜੀ ਉਦੋਂ ਸਾਨੂੰ ਉਹਨਾਂ ਦਾ ਹੀ ਸਬਰ ਸੰਤੋਖ ਹੁੰਦਾ ਸੀ ਜੀ। ਹੁਣ ਜੇ ਪੈਸਾ ਵੱਧ ਗਿਆ ਖਰਚੇ ਹੀ ਵੱਧ ਗਏ ਪਲੇਅਰਾਂ ਦੇ ਜੀ ਅੱਡੋ ਅੱਡ ਪਲੇਅਰ ਕੱਲੇ ਗੱਡੀਆਂ ਤੇ ਆਉਂਦੇ ਆ, ਜੀ ਕਿਰਾਏ ਕਰੂਏ ਕਰਨੇ ਪੈਂਦੇ, ਹਰ ਇੱਕ ਬੰਦੇ ਕੋਲ ਤਾਂ ਗੱਡੀ ਹੁੰਦੀ ਨਹੀਂ, ਜੀ। ਪਹਿਲਾਂ ਹੀ ਨਹੀਂ ਕਿ ਇੱਕ ਗੱਡੀ ਵਿੱਚ ਬਹਿ ਕੇ ਚਲੇ ਜਾਂਦੇ ਸੀ, ਇੱਕ ਚੀਜ਼ ਅਸੀਂ ਤਾਂ ਉੱਠ ਜਾਂਦੇ। ਜਿਵੇਂ ਅੱਜ ਕੱਲ 40 ਸਾਲਾਂ ਵਾਲੇ ਹਾਂਜੀ। 2 ਗੱਡੀਆਂ ਲੈ ਕੇ ਜਾਂ ਇੱਕ ਗੱਡੀ ਲੈ ਕੇ ਦੋਨੇ ਟੀਮਾਂ ਇੱਕ 'ਚ ਬਹਿ ਕੇ ਚਲੇ ਜਾਂਦੀਆਂ, ਹਾਂਜੀ ਯਾਨੀ ਕਿ ਇਕੱਠੇ ਤੁਰਦੇ ਸੀ, ਇਕੱਠੇ ਜਾਂਦੇ ਸੀ। ਹਾਂਜੀ ਇਕੱਠੇ ਹੀ ਜਾਂਦੇ ਸੀ। ਜਿਵੇਂ ਕਿ ਖਰਚਾ ਵਧਿਆ ਪਲੇਅਰਾਂ ਦਾ ਹਾਂਜੀ। ਅੱਡ ਅੱਡ ਗੱਡੀਆਂ ਦੇ ਵਿੱਚ ਜਾਣ ਕਰਕੇ। ਹਾਂਜੀ ਉਹ ਤਾਂ ਅਸੀਂ ਤਾਂ ਇੱਕ ਤੇ ਹੀ ਉੱਠ ਜਾਂਦੇ ਸਾਰੇ। ਫੋਰਥ ਉਧਰ ਜੀ ਫਿਰ ਤੁਹਾਡੇ ਵੀ ਕਾਫੀ ਮਾਂ ਖੇਡ ਕਬੱਡੀ ਦੇ ਵਿੱਚ ਫੈਨ ਨੇ, ਦੀਵਾਨੇ ਨੇ ਜਿਹਨੂੰ ਕਹੀਏ, ਤੁਹਾਡੀ ਗੇਮ ਦੇ ਮਰੀਦ ਹੋਏ ਨੇ, ਤੇ ਤੁਸੀਂ ਕਿਹੜੇ ਰੇਡਰ ਜਾਫੀ ਦੀ ਗੇਮ ਦੇ ਦੀਵਾਨੇ ਹੋ ਜੀ? ਮੇਰੇ ਉਸ ਹਿਸਾਬ ਨਾਲ ਸਾਨੂੰ ਤਾਂ ਉਦੋਂ ਇਕੱਲਾ ਜਮੇਰ ਜਲਾਲੀ ਚੰਗਾ ਲੱਗਦਾ ਸੀ। ਕਿਉਂ ਜੀ, ਕੀ ਕਾਰਨ ਸੀ? ਅਜਮੇਰ ਦੀ ਖਾਸੀਅਤ ਕੀ ਲੱਗਦੀ ਸੀ? ਖਾਸੀਅਤ ਇਹ ਸੀ ਵੀਰੇ ਰੇਡ ਬਹੁਤ ਸੋਹਣੀ ਪਾਉਂਦਾ ਸੀ ਜੀ, ਬੁਲਾਉਂਦਾ ਚਲਾਉਂਦਾ ਬਹੁਤ ਜ਼ਿਆਦਾ ਵਧੀਆ ਸੀ, ਸਾਡੇ ਕੋਲ ਬੈਠਦਾ ਉੱਠਦਾ ਸੀ, ਸਾਨੂੰ ਬਹੁਤ ਵਧੀਆ ਬੁਲਾਉਂਦਾ ਚਲਾਉਂਦਾ ਸੀ, ਸਾਡਾ ਮੈਚ ਵੀ ਖੇਡਦਾ ਰਿਹਾ। ਜੀ। ਹਾਂਜੀ ਤੇ ਜਾਫੀ ਜੀ? ਜਾਫੀ ਤਾਂ ਬਾਈ ਸੰਦੀਪ ਜੱਗੇ ਹੋਣੀ ਵਧੀਆ ਲੱਗੇ ਸਾਨੂੰ, ਤੁਹਾਡੇ ਇਲਾਕੇ ਦੇ ਐਂਡੀ ਹੋਏ ਨੇ। ਐਂਡੀ ਹੋਇਆ, ਇੱਜ਼ਤ ਕੀਤੀ ਉਹਨਾਂ ਨੇ ਬਹੁਤ ਜ਼ਿਆਦਾ, ਸਾਡੀ ਦੁਨੀਆ ਵੀ ਮਨਾਈ ਆ ਬੰਦਿਆਂ ਨੇ। ਤੇ ਅੱਜ ਦੇ ਸਮੇਂ ਦੀ ਗੱਲ ਕਰੀਏ, ਕੋਈ ਰੇਡਰ ਜਾਫੀ ਮੈਚ ਦੇਖਿਆ ਹੋਵੇ, ਗਰਾਊਂਡ ਦੇ ਵਿੱਚ ਜਾ ਕੇ ਦੇਖਿਆ ਹੋਵੇ ਜਾਂ ਲਾਈਵ ਤੇ ਦੇਖਿਆ ਹੋਵੇ, ਯਾਰ ਆਹ ਰੇਡਰ ਜਾਫੀ ਬਹੁਤ ਵਧੀਆ ਖੇਡਦੇ ਆ, ਉਹ ਕਿਹੜੇ ਰੇਡਰ ਜਾਫੀ ਆ ਜੀ? ਹੁਣ ਤਾਂ ਵੀਰੇ ਜੇ ਗੱਲ ਕਰੀਏ ਯਾਰ, ਜਦੋਂ ਤਾਂ ਪਿੰਡ ਬਾਹਰ ਖੇਡ ਗਿਆ ਤਾਂ ਉਹਦੇ ਪਿੰਡ ਦੇ ਨੇੜੇ ਜਿਹੜਾ ਹੁੰਦਾ ਪਲੇਅਰ ਉਹਦੀ ਕਹਿੰਦੇ ਵੀ ਇਹ ਵਧੀਆ ਰਵੇ ਜਿੱਤ ਜੇ। ਜਦੋਂ ਅਕੈਡਮੀਆਂ 'ਚ ਜਾਂਦੇ ਆ, ਅਕੈਡਮੀਆਂ ਦੇ ਵਿੱਚ ਅੱਜ ਤਾਂ ਬਸ ਆਪਣੇ ਏਰੀਏ 'ਚ ਇੱਕ ਖੁਸ਼ੀ ਹੋਣੀ ਹੁੰਦੇ ਆ ਜੀ। ਇਹੀ ਕਹਿੰਦਾ ਤਾਂ ਕਹਿੰਦੇ ਇਹੀ ਕਹਿੰਦੇ ਯਾਰ ਆਪਣੇ ਏਰੀਏ ਦੇ ਇੱਧਰੋਂ ਵਧੀਆ ਬੰਦੇ ਆ, ਜੀ। ਇਹੀ ਜਿੱਤਣ, ਇਹ ਵਧੀਆ ਲੱਗਦੇ ਬਸ। ਭਾਵੇਂ ਕਿ 2-3 ਜ਼ਿਲ੍ਹੇ ਵਿਚਾਲੇ ਪੈਂਦੇ ਆ ਫਿਰ ਵੀ ਜਿਵੇਂ ਸੁਲਤਾਨ ਆ ਜਾਂ ਉਧਰ ਆ, ਇਹੀ ਚੰਗੇ ਲੱਗਦੇ ਚੱਲ ਯਾਰ ਆਪਦੇ ਏਰੀਏ ਦੇ ਇੱਧਰੋਂ ਜਾਂਦੇ ਆ, ਆਪਣੇ ਏਰੀਏ 'ਚ ਦੀ ਲੰਘ ਕੇ ਜਾਂਦੇ ਆ ਜੀ, ਜਿਵੇਂ ਕਿਉਂ ਪ੍ਰੇਮ ਨਹੀਂ ਹੁੰਦਾ। ਤੇ ਕਦੀ ਇਹਨਾਂ ਨਾਲ ਮੈਚ ਲੱਗਿਆ ਹੋਵੇ, ਸੁਲਤਾਨ, ਖੁਸ਼ੀ, ਇਹਨਾਂ ਨਾਲ? ਨਹੀਂ ਇਹਨਾਂ ਨਾਲ ਨਹੀਂ ਲੱਗਿਆ, ਯਾਨੀ ਕਿ ਬਾਅਦ ਚ ਖੇਡਣ ਲੱਗੇ? ਇਹ ਤਾਂ ਬਾਅਦ ਚ ਉਸ ਸਮੇਂ ਉੱਠਦੇ ਸੀ ਜਿਵੇਂ ਜਦੋਂ ਤੁਸੀਂ ਕਬੱਡੀ ਛੱਡੀ? ਜਦੋਂ ਖੁਸ਼ੀ ਪਹਿਲੀ ਵਾਰ ਜਿੱਤਿਆ ਜੀ, ਇਹ ਵੀ ਹਾਰਦੇ ਸੀ ਆਪਦੇ ਏਰੀਏ 'ਚ। ਜੀ। ਜੋ ਪਹਿਲੀ ਵਾਰ ਖੇਡਿਆ ਉਦੋਂ ਸੰਧੂਰੇ ਨੇ ਜਿਤਾਇਆ, ਤੇ ਕਾਲਾ ਇਹਦੀ ਮਾਸੀ ਦਾ ਮੁੰਡਾ ਜਿਹੜਾ ਜੀ, ਸਨੇਤ ਵਾਲਾ, ਇਹਨਾਂ ਨੇ ਜਿਤਾਇਆ ਸੀ ਖੁਸ਼ੀ ਨੂੰ ਪਹਿਲੀ ਵਾਰ। ਤੁਹਾਡੇ ਪਿੰਡ ਦੇ ਸੰਧੂਰੇ ਤੋਂ ਉਧਰ ਨੇ? ਸੰਧੂਰਾ ਤੋਂ ਗਿਆ ਸੀ ਇਹਨਾਂ ਜੀ, ਕੋਲ, ਜੀ। ਉਹ ਵੀ ਵਧੀਆ ਜਾਫੀ ਹੋਏਗਾ। ਬਹੁਤ ਵਧੀਆ ਜਾਫੀ ਰਾੜਾ ਸਾਹਿਬ 'ਚ ਸੀ ਉਦੋਂ, ਜੀ। ਐਂਡ ਕਰਾਉਂਦਾ ਹੀ ਬੰਦਾ। ਯਾਨੀ ਕਿ ਸ਼ੁਰੂਆਤੀ ਜਿੱਤਣ ਦੀ ਗੱਲ ਕਰੀਏ, ਹਾਂ ਸੰਧੂਰੇ ਨੇ ਜਿਤਾਇਆ ਪਹਿਲਾਂ? ਸੰਧੂਰੇ ਨੇ ਮੈਚ ਜਿਤਾਇਆ ਸੀ ਉਹਨੂੰ। ਜੀ। ਯਾਨੀ ਕਿ ਵਧੀਆ ਲੱਗਦਾ ਤੁਹਾਨੂੰ ਖੇਡਦੇ ਹੋਏ? ਇੱਜ਼ਤ ਤੋਂ ਬਹੁਤ ਕਰਦਾ ਸੀ ਬੰਦੇ ਦੀ। ਤੇ ਅੱਜ ਕੱਲ ਕਬੱਡੀ ਤੁਸੀਂ ਦੂਰ ਹੋ, ਤੇ ਫਿਰ ਵੀ ਕਬੱਡੀ ਨਾਲ ਕਿੰਨਾ ਕੁ ਤਿਉ ਪਿਆਰ ਮੁਹੱਬਤ ਰੱਖਦੇ ਹੋ? ਪਿਆਰ ਤਾਂ ਬਹੁਤ ਰੱਖਦੇ ਵੀਰੇ। ਜੀ। ਛੱਤ ਖਰਾਬ ਹੋ ਜਾਂਦਾ ਹਜੇ ਵੀ, ਜਦੋਂ ਐ ਦੇਣੇ ਖੇਡਦੇ ਆਪਦੇ ਬਾਰੇ ਸੋਚਦੇ ਆ ਬਈ ਕਿੱਥੇ ਆ ਗਏ। ਜੀ। ਮਨ ਤਾਂ ਬਹੁਤ ਖਰਾਬ ਹੁੰਦਾ, ਪਰ ਫੇਰ ਕਹੀਦਾ ਚਲੋ ਜ਼ਿੰਦਗੀ ਬਚ ਗਈ, ਇਹੀ ਬਹੁਤ ਆ। ਤੇ ਸੈੱਟੋਂ ਘਰੇ ਵੈਸੇ ਕੰਮਕਾਰ? ਹਾਂ ਵੀਰੇ ਸੈੱਟ ਆ ਜਾਵਾਂ, ਕੰਮਕਾਰ ਕਿਰਪਾ ਮਾਲਕ ਦੀ। ਜੀ। ਤੇ ਕਬੱਡੀ ਕਿਸ ਸੰਨ ਦੇ ਵਿੱਚ ਛੱਡੀ ਸੀ ਤੁਸੀਂ? 10 ਚ ਵੀਰੇ ਛੱਡ ਗਈ ਆ। 2010 ਦੇ ਵਿੱਚ? 1992 ਤੋਂ 2010 ਤੱਕ 18 ਸਾਲ ਦਾ ਸਮਾਂ ਬਣਦਾ, ਯਾਨੀ ਕਿ 18 ਸਾਲ ਕਬੱਡੀ ਖੇਡੇ ਹੋ। ਹਾਂਜੀ। ਟੌਪ ਦੀ ਕਬੱਡੀ ਕਿੰਨੇ ਸਾਲ ਖੇਡੇ ਹੋ 18 ਸਾਲ ਦੇ ਸਮੇਂ ਦੇ ਵਿੱਚ? ਟੌਪ ਦੀ ਵੀਰੇ 2-3 ਚ ਹੀ ਲੱਗ ਗਈ ਸੀ। ਜੀ। ਯਾਨੀ ਕਿ 7-8 ਸਾਲ ਤੋਂ? ਹਾਂ 2000 ਚ ਹੀ ਲੱਗ ਗਿਆ ਸੀ ਤਕਰੀਬਨ। ਜੀ। ਉਦੋਂ ਟੌਪ ਦੀਆਂ ਰੇਡਾਂ ਪਾਉਣ ਲੱਗ ਗਿਆ ਜੀ, 10 ਰੇਡਾਂ 8 ਰੇਡਾਂ ਪਾਉਣ ਲਈ ਇਕੱਲਾ ਕੀ ਕਹਿਣਾ, ਇੱਕ ਅੱਧਾ ਜੱਫਾ ਲੱਗ ਕੇ ਮੈਚ ਛੱਡ ਕੇ ਫਿਰ ਉਹ ਕਾਹਦੀ ਹਾਰ। ਉਹ 10 ਰੇਡਾਂ 12 ਪਾਉਣੀਆਂ ਬੰਦੇ ਨੇ, ਇੱਕ ਜੱਫਾ ਲੱਗ ਗਿਆ ਮੈਚ ਛੱਡ ਕੇ ਫਿਰ ਉਹ ਕੋਈ ਹਾਰ ਨਹੀਂ ਹੁੰਦੀ। ਤੇ ਟੋਟਲ ਕਦੇ ਗਿਣੀਆਂ ਹੁਣ ਸਭ ਤੋਂ ਵੱਧ ਕਬੱਡੀਆਂ ਕਿੰਨੀਆਂ ਪਾਈਆਂ ਨੇ? ਮੈਂ ਆਪ ਨੇ ਜਾਨੀ ਦਿਹਾੜੀ ਦੇ 4 ਮੈਚ, ਜੇ 3-4 ਮੈਚ ਢੰਡਾਰੀ ਖੇਡੇ ਸੀ ਕਿਰਾ ਜੀ। ਉੱਥੇ ਕੰਮ ਚੱਲਿਆ ਮੇਰਾ ਰੇਡਾਂ ਪਾਉਣ ਦਾ। ਜੀ। ਕੱਲਾ ਰੇਡਰ ਸੀ ਮੈਂ ਟਾਉਣੇ 20 ਕਾਊਂਟਰਾਂ ਦਿੰਦੇ ਸੀ ਜੀ। ਉੱਥੇ ਅਸੀਂ ਫਿਰ ਮੈਂ ਉੱਥੇ ਰੇਡਾਂ ਪਾਈਆਂ 20 ਕਾਊਂਟਰਾਂ 4 ਮੈਚਾਂ 'ਚ ਇਕੱਲੇ ਨਹੀਂ ਪਾਈਆਂ। ਤੇ ਤੁਸੀਂ ਇੰਨੇ ਕਬੱਡੀਆਂ ਲਗਾਤਾਰ ਪਾ ਜਾਂਦੇ ਸੀ, 50-50, 100-100, 60-60 ਕਬੱਡੀਆਂ ਟੂਰਨਾਮੈਂਟ ਤੇ ਪਾਉਣੀਆਂ, ਕੋਈ ਖਾਲਾ ਜੀ ਦਾ ਬਾੜਾ ਨਹੀਂ, ਇੰਨੇ ਕਬੱਡੀਆਂ ਪਾਉਂਦੇ ਸੀ। ਤੇ ਇਹ ਕਬੱਡੀਆਂ ਪਾਉਣ ਦੇ ਪਿੱਛੇ ਮਿਹਨਤ ਕਿੰਨੀ ਸੀ ਤੁਹਾਡੀ? ਮਿਹਨਤ ਬਹੁਤ ਜ਼ਿਆਦਾ। ਸਾਡੇ ਪਿੰਡੋਂ ਪਹਿਲਾਂ ਤਾਂ ਗਰਾਊਂਡ 'ਚ ਹੀ ਭੱਜਦੇ ਭੁੱਜਦੇ ਬਹੁਤ ਹੁੰਦੇ ਸੀ, ਫਿਰ ਸੜਕ ਤੋਂ ਭੱਜਣ ਲੱਗ ਗਏ, ਨਹਿਰ ਪੈਣ ਲੱਗ ਗਈ। ਜੀ। ਗਰਾਊਂਡ ਤੋਂ ਸਾਡੇ ਸਕੂਲ ਦੇ ਗੇਟ ਤੋਂ ਡਾਂਗੀ ਵਾਲੀ ਪੁਲੀ ਵੱਜਦੀ ਹੈ 5 ਕਿਲੋਮੀਟਰ ਬਾਅਦ। ਜੀ।
ਇੱਕ ਪਾਸਾ 10 ਕਿਲੋਮੀਟਰ ਬਾਅਦ ਡੇਲੀ ਅਪ ਡਾਊਨ ਕਰਦਾ ਹੈ ਮਿਹਨਤ ਤੋਂ ਪਹਿਲਾਂ। ਤੇ ਖੁਰਾਕ ਕਿੰਨੀ ਖਾਂਦੇ ਸੀ ਤੇ ਖੁਰਾਕ ਦੇ ਵਿੱਚ ਕੀ ਕੁਝ ਖਾਂਦੇ ਸੀ? ਖੁਰਾਕ ਤਾਂ ਵੀਰੇ ਉਦੋਂ ਬਸ ਘਰ ਦਾ ਜਿਵੇਂ ਘਰੇ ਹੁੰਦਾ ਰੋਟੀ ਟੁੱਕ ਜੀ। ਉਹੀ ਸੀ। ਪਿੰਡ ਨੇ ਘਰੋਂ ਨਰਮ ਸੀ, ਪਿੰਡ ਨੇ ਬਹੁਤ ਦਿੱਤਾ ਖਾਣ ਨੂੰ, ਜੀ। ਸਾਰੇ ਪਿੰਡ ਨੇ ਦਿੱਤਾ ਖਾਣ ਨੂੰ, ਯਾਨੀ ਕਿ ਕਾਫੀ ਹੈਲਪ ਮਿਲੀ ਆ। ਬਾਹਲੀ ਜ਼ਿਆਦਾ ਮਿਲੀ, ਨਹੀਂ ਮਿਲਦੀ ਨਹੀਂ ਕਿਸੇ ਨੂੰ। ਜੀ। ਪੈਸੇ ਧੇਲੇ ਵੀ ਆਏ ਹੱਥਾਂ ਦੇ ਚੱਕਦੇ ਸੀ ਲੋਕ। ਹਾਂ, ਕਿਵੇਂ ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਟੀਮਾਂ 2 ਹੁੰਦੀਆਂ ਸੀ, ਟੀਮ ਦੇ ਮੈਚ ਫਸਦੇ ਸੀ, ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਕਰੇਜ਼ ਸੀ ਕਬੱਡੀ ਦਾ। ਅੱਜ ਕੱਲ੍ਹ ਉਹ ਕਰੇਜ਼ ਘਟ ਗਿਆ। ਉਹਨਾਂ ਸਮਿਆਂ ਦੇ ਵਿੱਚ ਯਾਨੀ ਕਿ ਪਿੰਡਾਂ ਵਾਲੇ ਵੀ ਹੈਲਪਾਂ ਕਰਦੇ ਸੀ, ਪੰਚਾਇਤਾਂ ਵਾਲੇ ਵੀ ਹੈਲਪ ਕਰਦੇ ਸੀ। ਵੀਰੇ ਹੈਲਪ ਤਾਂ ਕਰਦੇ ਸੀ ਅੱਜ ਤੋਂ ਯਾਨੀ 8-10 ਸਾਲ ਪਹਿਲਾਂ ਨਾ, ਜੀ ਬੰਦਾ ਬੰਦੇ ਦੀ ਇੱਜ਼ਤ ਬਹੁਤ ਜ਼ਿਆਦਾ ਕਰਦਾ ਸੀ ਜੀ ਤੇ ਉਹ ਪ੍ਰੇਮ ਵਾਲਾ ਸੀ ਕਬੱਡੀ 'ਚ। ਹੁਣ ਤਾਂ ਕੱਲੇ ਕੱਲੇ ਜਾਂਦੇ ਆ, ਇੱਕ ਦੂਜੇ ਨੂੰ ਬੁਲਾਉਂਦੇ ਹੀ ਨਹੀਂ। ਬਸ ਆਏ ਜਾਂਦੇ ਆ, ਖੇਡ ਕੇ ਮੁੜ ਪੈਂਦੇ ਆ, ਜਿਵੇਂ ਉਹੀ ਆਏ ਮੰਨਦੇ ਆਪਾਂ ਬਸ। ਜੀ। ਜਾਂ ਪਛਾਣ ਆਪਣੀ ਕਿ ਦੁਨੀਆ ਤੇ ਕਿਸੇ ਨਹੀਂ। ਆਹ ਕੰਮ ਮੈਂ ਬਾਹਲੀ ਪੜ ਗਈ ਪਲੇਅਰਾਂ 'ਚ। ਯਾਨੀ ਕਿ ਕਬੱਡੀ ਦੇ ਵਿੱਚ ਕਾਫੀ ਬਦਲਾਅ ਆ ਗਏ। ਹਾਂਜੀ, ਮੈਂ ਬਾਹਲੀ ਪੜ ਗਈ ਪਲੇਅਰਾਂ 'ਚ। ਬੁਲਾਉਣ 'ਚ ਹੈ ਹੀ ਨਹੀਂ ਤੇ ਉਹ ਪ੍ਰੇਮ ਪਲੇਅਰਾਂ ਦਾ ਹੋਣਾ। ਤੇ ਤੁਹਾਡੇ ਨਿੱਜੀ ਜੀਵਨ ਬਾਰੇ ਜਾਣੀਏ। ਤੁਹਾਡੀ ਡੇਟ ਆਫ ਬਰਥ ਕੀ ਹੈ ਤੇ ਮਾਤਾ ਪਿਤਾ ਦਾ ਕੀ ਨਾਮ ਆ ਜੀ? ਮਾਤਾ ਦਾ ਨਾਂ ਕੁਲਵੰਤ ਕੌਰ ਆ ਬਈ ਦਾ, ਜੀ ਪਿਤਾ ਦਾ ਨਾਂ ਹਰਪਾਲ ਸਿੰਘ ਆ, ਕਹਿੰਦੇ ਉਹ ਮੱਖਣ ਸੀ ਉਹਨੂੰ। ਜੀ। 1981 ਦਾ ਜਨਮ ਹੈ ਜੀ ਮੇਰਾ। ਤੇ ਕਿੰਨੇ ਭੈਣ ਭਰਾ ਤੁਸੀਂ ਜੀ? 3 ਭੈਣਾਂ ਨੇ ਜੀ, ਜੀ। ਇਕੱਲਾ ਹੀ ਭਰਾ ਮੈਂ। 2 ਛੋਟੀਆਂ ਭੈਣਾਂ, ਇੱਕ ਵੱਡੀ ਆ ਮੈਥੋਂ। ਤੇ ਸਾਰੇ ਮੈਰਿਡ ਹੋ ਜੀ ਤੁਸੀਂ ਭੈਣ ਭਰਾ? ਹਾਂਜੀ, ਪਹਿਲਾਂ ਭੈਣਾਂ ਦੇ ਵਿਆਹ ਕਰਕੇ ਜੀ। ਫਿਰ ਮੈਂ ਕਰਾਇਆ ਉਹਦਾ ਵਿਆਹ ਜੀ। ਤੇ ਤੁਹਾਡੇ ਨਿੱਜੀ ਪਰਿਵਾਰ ਦੇ ਵਿੱਚ ਕੌਣ ਕੌਣ ਆ ਜੀ? ਮਾਤਾ ਜੀ, ਜੀ ਬਸ ਇੱਕ ਮੇਰੀ ਵਾਈਫ ਆ ਤੇ 2 ਬੇਟੇ ਆ ਮੇਰੇ। ਜੀ। ਬੇਟਿਆਂ ਦੇ ਕੀ ਨਾਮ ਆ ਜੀ? ਇੱਕ ਦਾ ਨਾਂ ਕਾਲਵੀਰ ਸਿੰਘ ਆ ਜੀ, ਜੀ। ਇੱਕ ਦਾ ਨਾਂ ਗੁਲਬਲਿਹਾਰਾ ਜੀ। ਬਹੁਤ ਸੋਹਣੇ ਨਾਮ ਆ। ਤੇ ਕਦੇ ਸੋਚਿਆਗਾ ਕਿ ਜੋ ਸੁਪਨਾ ਮੇਰਾ ਨਹੀਂ ਪੂਰਾ ਹੋਇਆ ਕਬੱਡੀ ਦੇ ਵਿੱਚ, ਵੈਸੇ ਬਹੁਤ ਤਗੜੀ ਕਬੱਡੀ ਖੇਡੀ ਆ, ਭਾਵੇਂ ਵਿਦੇਸ਼ ਨਹੀਂ ਖੇਡ ਸਕੇ, ਤੇ ਬੱਚਿਆਂ ਨੂੰ ਕਬੱਡੀ ਵੱਲ ਲੈ ਕੇ ਆਵਾਂ ਮੈਂ? ਹਾਂਜੀ ਜੀ, ਤਾਂ ਕਰਦਾ ਸੀ। ਖਿਡੌਣਿਆਂ ਵੀ ਇੱਕ ਵਾਰੀ ਜੀ। ਦਿੰਦੇ। ਯਾਨੀ ਕਿ ਸ਼ੌਂਕ ਆ ਬੱਚਿਆਂ ਨੂੰ ਖਿਡਾਉਣ ਦਾ। ਤਮੰਨਾ ਦਿਲ ਦੀ। ਬਾਕੀ ਬੱਚਿਆਂ ਤੇ ਡਿਪੈਂਡ ਆ ਉਹ ਹਾਂਜੀ। ਕਿਹੜੀ ਗੇਮ 'ਚ ਜਾਣ ਜਾਂ ਕਿਸ ਫੀਲਡ ਦੇ ਵਿੱਚ ਜਾਣ, ਉਹਨਾਂ ਦੀ ਮਰਜ਼ੀ ਆ ਜੀ। ਹਾਂਜੀ। ਤੇ ਪੜ੍ਹਾਈ ਕਿੱਥੋਂ ਤੱਕ ਹੋਈ ਆ ਤੁਹਾਡੀ ਜੀ? ਪੜ੍ਹਾਈ ਤਾਂ ਵੀਰੇ ਮੈਂ 6ਵੀਂ ਚੋਂ ਹੀ ਹਟ ਗਿਆ ਸੀ। ਜੀ। ਕਿਉਂ ਜੀ? ਬਸ ਆਈ ਪੜ੍ਹਾਈ ਪੜ੍ਹਨਾ ਨਹੀਂ ਆਉਂਦਾ ਸੀ, ਕੱਕੋ ਜਾਪ ਹੋ ਜੇ ਸੀ। ਜੀ ਜੀ। ਤੇ ਹੋਰ ਤੁਹਾਡਾ ਸ਼ੌਂਕ ਦਾ ਨਾਮ ਆ ਤੇ ਰੀਅਲ ਨੇਮ ਕੀ ਹੈ ਜੀ? ਮੇਰਾ ਵੀਰੇ ਹਰਵਿੰਦਰ ਸਿੰਘ। ਤੇ ਕਬੱਡੀ ਦੇ ਵਿੱਚ ਹਰਵਿੰਦਰ ਸਿੰਘ ਨਾਮ ਤੇ ਕਿੰਨੇ ਕੁ ਜਾਣਦੇ ਆ ਤੁਹਾਨੂੰ? ਬਹੁਤ ਘੱਟ ਵੀਰੇ, 100 ਮਗਰ 2-3% ਹੀ ਹੈ। ਯਾਨੀ ਕਿ ਫੋਰ ਨਾਮ ਤੇ ਪਹਿਚਾਣ ਬਣੀ ਹੈ। ਜਿੱਥੇ ਮਰਜ਼ੀ ਪੁੱਛ ਲਓ ਫੋੜ, ਹਾਂਜੀ ਅਗਲਾ ਕਹੂ ਦੌਦਰ ਵਾਲਾ। ਹਾਂਜੀ ਹਾਂਜੀ। ਜੀ। ਤੇ ਆਪਣੀ ਕਾਫੀ ਗੱਲਬਾਤ ਹੋਈ। ਫਿਰ ਜਾਂਦੇ ਜਾਂਦੇ ਇੱਕ ਮੈਸੇਜ ਜ਼ਰੂਰ ਜਾਣਦੇ ਆ ਸਮੁੱਚੇ ਪੰਜਾਬੀਆਂ ਨੂੰ, ਦਰਸ਼ਕਾਂ ਨੂੰ, ਜਾਂ ਫਿਰ ਨਵੇਂ ਉੱਠ ਰਹੇ ਖਿਡਾਰੀਆਂ ਨੂੰ, ਤੁਸੀਂ DPD ਟੈਲੀਵਿਜ਼ਨ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ? ਇਹੀ ਕਹਿੰਦੇ ਵੀਰੇ ਪਲੇਅਰਾਂ ਨੂੰ ਬਈ ਮਿਹਨਤ ਕਰੋ, ਮਿਹਨਤ ਕਰਕੇ ਖੇਡੋ, ਰਾਤੇ ਰਾਤ ਤਕੜੇ ਹੋਣ ਦਾ ਸੁਪਨਾ ਨਾ ਦੇਖੋ। ਉਹ 'ਚ ਜ਼ਿੰਦਗੀ ਨਾਲ ਖਿਲਵਾੜ ਕਰੋਗੇ ਤੇ ਤੁਹਾਡੇ ਨਾਲ ਕੁਝ ਵੀ ਹੋ ਸਕਦਾ। ਇਹ ਨਾ ਸੋਚੋ ਵੀ ਰਾਤੇ ਰਾਤ ਕੁਛ ਕਰ ਦਈਏ। ਜੀ। ਮਿਹਨਤ ਨਾਲ ਜੋ ਕੁਛ, ਗਲਤ ਚੀਜ਼ਾਂ ਤੋਂ ਬਚੋ, ਇਹਦੇ ਨਤੀਜੇ ਬਹੁਤ ਮਾੜੇ ਆ। ਬਾਈ ਤੁਹਾਡਾ ਮੈਸੇਜ ਬਹੁਤ ਵਧੀਆ, ਜਿਵੇਂ ਤੁਸੀਂ ਦੱਸ ਰਹੇ ਹੋ ਮਿਹਨਤ ਕਰੋ ਤੇ ਨੈਚੁਰਲ ਕਬੱਡੀ ਖੇਡੋ। ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ, ਬਹੁਤ ਬਹੁਤ ਸ਼ੁਕਰੀਆ ਜੀ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਹੁਣ ਤੇ ਵੀਰੇ ਦਰਸ਼ਕ ਵੀਰੋ, ਅੱਜ ਗੱਲਬਾਤ ਕਰੀ ਪ੍ਰਸਿੱਧ ਰੇਡਰ ਫੋੜ ਦੌਦਰ ਨਾਲ, ਜੋ ਲੰਮਾ ਸਮਾਂ ਕਬੱਡੀ ਖੇਡਿਆ ਤੇ ਟੌਪ ਦੀ ਕਬੱਡੀ ਖੇਡਿਆ। ਉਹਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੁੰਦੇ ਹਾਂ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ।